ਗੁਰੂ ਜੀ ਸ੍ਰੀ ਰਾਗ ਮਹਲਾ ਤੀਜਾ। ਸਤਿਗੁਰ ਸੇਵਿਆ ਮਨ ਨਿਰਮਲਾ, ਭਏ ਪਵਿੱਤ ਸਰੀਰੋ। ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰੋ। ਸਤਿਗੁਰੂ ਗੁਰਦੇਵ ਤੀਜੇ ਗੁਰੂ ਨਾਨਕ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਅੱਗੇ ਜਗਿਆਸੂ ਨੇ ਬੇਨਤੀ ਕੀਤੀ। ਗਰੀਬ ਨਵਾਜ ਪਾਤਸ਼ਾਹ ਜੀ, ਆਪ ਨੇ ਸਤਸੰਗ ਦੁਆਰਾ ਅਗਿਆਨ ਤੋਂ ਜਗਾਵਣੇ ਦਾ ਪ੍ਰਕਾਸ਼ ਵਰਣਨ ਕੀਤਾ ਹੈ। ਤੂੰ ਜਬ ਤੱਕ ਮਲ ਔਰ ਵਿਸ਼ੇਪ ਦੁੱਖ ਦੀ ਨਿਵਰਤੀ ਨਹੀਂ ਹੁੰਦੀ, ਤਬ ਤੱਕ ਅਗਿਆਨ ਦਾ ਨਿਵਰਤ ਹੋਣਾ ਵੀ ਅਸੰਭਵ ਹੈ। ਜਬ ਤੱਕ ਮਲ ਵਿਸ਼ੇਪ ਦੁੱਖ ਦੀ ਨਿਵਰਤੀ ਨਹੀਂ ਹੁੰਦੀ, ਤਬ ਤੱਕ ਅਗਿਆਨ ਦਾ ਨਿਵਰਤ ਹੋਣਾ ਵੀ ਅਸੰਭਵ ਹੈ, ਸੰਭਵ ਨਹੀਂ। ਮਲ ਵਿਸ਼ੇਪ ਦੋਸ਼ ਦੀ ਨਿਵਰਤੀ ਦਾ ਸਤਿਗੁਰੂ ਪਾਤਸ਼ਾਹੀ ਪ੍ਰਕਾਰ ਵਰਣਨ ਕਰੋ, ਉਪਦੇਸ਼ ਬਖਸ਼ੋ ਕਿ ਕਿਵੇਂ ਨਿਵਰਤ ਹੋਵੇ। ਗੁਰਦੇਵ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਉਪਦੇਸ਼ ਫਰਮਾਉਂਦੇ ਨੇ, ਸਤਿਗੁਰ ਸੇਵਿਆ ਮਨ ਨਿਰਮਲਾ, ਭਏ ਪਵਿੱਤ ਸਰੀਰ। ਸਤਿਗੁਰੂ ਦੀ ਸੇਵਾ ਟਹਿਲ ਕਰਕੇ ਮਨ ਸ਼ੁੱਧ ਹੋ ਗਿਆ, ਸਰੀਰ ਕਰਕੇ ਪਾਵਨ ਪਵਿੱਤਰ ਹੋ ਗਏ, ਜੋ ਮਲ ਵਿਸ਼ੇਪ ਦੀ ਨਿਵਰਤੀ ਹੋ ਗਈ। ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ। ਮਨ ਦੇ ਅੰਤਰ ਹੀ ਨਿਜ ਆਨੰਦ ਰੂਪ ਬ੍ਰਹਮਣ ਜਾਣ ਕੇ ਨਿਤ ਸੁਖ ਦੀ ਪ੍ਰਾਪਤੀ ਹੋਈ। ਭੇਟਿਆ ਗਹਿਰ ਗੰਭੀਰ ਕਹੀਏ, ਜਬ ਬ੍ਰਹਮ ਮਿਲਿਆ ਤਬ ਗਹਿਰ ਗੰਭੀਰ ਸੁਭਾਅ ਵਾਲੇ ਹੋ ਗਏ। ਸੱਚੀ ਸੰਗਤ ਬੈਸਣਾ, ਸਚ ਨਾਮ ਮਨ ਧੀਰ। ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ, ਜਬ ਸਤਪੁਰਸ਼ਾਂ ਦੀ ਸੰਗਤ ਸੋਭਤ ਵਿੱਚ ਬੈਠਣਾ ਸਥਿਤੀ ਕੀਤੀ, ਸੰਗਤ ਗੁਰਮੁਖਾਂ ਦੀ ਕੀਤੀ, ਸਤਪੁਰਸ਼ਾਂ ਦੀ ਕੀਤੀ, ਤਬ ਸੱਚ ਨਾਮੀ ਨੂੰ ਪਾ ਕੇ ਮਨ ਧੀਰਾ ਹੋ ਗਿਆ, ਮਨ ਵਿੱਚ ਧੀਰਜਤਾ ਪ੍ਰਾਪਤ ਹੋ ਗਈ। ਮਨ ਰੇ ਸਤਿਗੁਰ ਸੇਵਨ ਸੰਗ, ਸਤਿਗੁਰ ਸੇਵਿਆ ਹਰ ਮਨ, ਵਸੈ ਲੱਗੈ ਨ ਮੈਲ ਪਤੰਗੋ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਮਨ ਰੇ ਸਤਿਗੁਰ ਸੇਵਨ ਸੰਗ, ਸਤਿਗੁਰ ਸੇਵਿਆ ਹਰ ਮਨ ਵਸੈ, ਲੱਗੈ ਨਾ ਮੈਲ ਪਤੰਗ। ਹੇ ਮੇਰੇ ਪਿਆਰੇ, ਸਤਿਗੁਰੂ ਦੀ ਸੇਵਾ ਨਿਸੰਗ ਹੋ ਕੇ ਕਰ, ਕਿਉਂਕਿ ਸਤਿਗੁਰੂ ਦੇ ਸੇਵਨ ਤੋਂ ਹੀ ਪਰਮੇਸ਼ਰ ਦਾ ਨਾਮ ਮਨ ਵਿੱਚ ਵਸਦਾ ਹੈ। ਮੈਲ ਲੱਗਦੀ ਨਹੀਂ, ਥੋੜਾ ਮਾਤਰ ਵੀ ਪਾਪ ਨੂੰ ਮੈਲ ਨਹੀਂ ਲੱਗਦੀ ਜੇ ਸੇਵਾ ਕਰੇਗਾ। ਸੂਰਜ ਵੱਲ ਸਰੀਰ ਨੂੰ ਨਹੀਂ ਲੱਗੇਗੀ। ਸੱਚੈ ਸ਼ਬਦ ਪਤ ਉਪਜੈ, ਸੱਚੇ ਸੱਚਾ ਨਾਮ। ਜਿਨ੍ਹਾਂ ਨੇ ਸੱਚੇ ਹੋ ਕੇ ਸੱਚਾ ਨਾਮ ਪਰਮੇਸ਼ਰ ਦਾ ਜਪਿਆ, ਤੇ ਇਹਨਾਂ ਨੂੰ ਸੱਚੇ ਗੁਰੂ ਉਪਦੇਸ਼ ਕਰਕੇ ਪ੍ਰਤੀ ਸੱਟਾ ਪ੍ਰਗਟ ਹੁੰਦੀ ਹੈ। ਜਿਨਿਉ ਮੈਂ ਮਾਰ ਪਛਾਣਿਆ, ਹੋ ਤਿਨ ਬਲਿਹਾਰੈ ਜਾਓ। ਜਿਨ੍ਹਾਂ ਨੇ ਹੰਕਾਰ ਨੂੰ ਮਾਰ ਕੇ ਸੱਚ ਸਰੂਪ ਦੀ ਪਹਿਚਾਣ ਕੀਤੀ, ਤੇ ਇਹਨਾਂ ਦੀ ਮੈਂ ਬਲਿਹਾਰ ਕੁਰਬਾਨ ਜਾਂਦਾ ਹਾਂ। ਮਨ ਮੁਖ ਸਚ ਨਾ ਜਾਣਨੀ, ਇਨ ਠੌਰ ਨਕ ਤੂੰ ਠਾਓ। ਜੋ ਮਨਮੁਖ ਨੇ ਸੱਚ ਰੂਪ ਵਾਹੀ ਗੁਰੂ ਨੂੰ ਨਹੀਂ ਜਾਣਦੇ, ਤੇ ਇਹਨਾਂ ਨੂੰ ਇਸ ਲੋਕ ਵਿੱਚ ਵੀ ਸਤ ਸੰਗ ਵਿੱਚ ਵੀ ਠੌਰ ਨਹੀਂ ਮਿਲਦੀ, ਅੱਗੇ ਪਰਲੋਕ ਵਿੱਚ ਵੀ ਤਿਨਾਂ ਨੂੰ ਸ਼ੁਭ ਸਥਾਨ ਨਹੀਂ ਮਿਲਦਾ। ਸੱਚ ਖਾਣਾ ਸੱਚ ਪਹਿਨਣਾ, ਸੱਚੇ ਹੀ ਵਿੱਚ ਵਾਸ। ਪਾਤਸ਼ਾਹ ਫਰਮਾਉਂਦੇ ਨੇ,
ਗੁਰਮੁਖਾਂ ਦਾ ਜੋ ਭੋਜਨ ਕਰਨਾ, ਵਸਤਰਾਂ ਦਾ ਪਹਿਰਨਾ, ਇਹ ਸਫਲ ਹੈ। ਭਾਵੇਂ 36 ਪ੍ਰਕਾਰ ਦੇ ਭੋਜਨ ਛਕਦੇ ਨੇ, ਸਫਲ ਨਹੀਂ। ਸੁੰਦਰ ਵਸਤਰ ਬੇਕੀਮਤੀ ਪਹਿਰਦੇ ਨੇ, ਸਫਲ। ਜਪਣਾ ਤੇ ਸੁਣਨਾ ਮਨ ਕਰਕੇ ਸਭ ਸੱਚੇ ਪਰਮੇਸ਼ਰ ਵਿੱਚ ਹੀ ਹੈ। ਸਦਾ ਸੱਚਾ ਸਾਲਾਹਣਾ, ਸੱਚੈ ਸ਼ਬਦ ਨਿਵਾਸ। ਪਾਤਸ਼ਾਹ ਫਰਮਾਉਂਦੇ ਨੇ, ਸਦੀਵ ਕਾਲ ਸੱਚੇ ਵਾਹੀ ਗੁਰੂ ਦੀ ਉਪਮਾ ਵਡਿਆਈ ਗੁਰਮੁਖ ਕਰਦੇ ਨੇ। ਸੱਚੇ ਬ੍ਰਹਮ ਦੇ ਵਿੱਚ ਸਥਿਤ ਹੋ ਜਾਂਦੇ ਨੇ। ਸਭ ਆਤਮ ਰਾਮ ਪਛਾਣਿਆ, ਗੁਰਮਤੀ ਨਿਜ ਘਰ ਵਾਸ। ਸਰਬ ਦੇ ਵਿੱਚ ਆਤਮਾ ਜੀ ਰਮਨਸ਼ੀਲ ਪਹਿਚਾਣਿਆ, ਸੋ ਐਸੀ ਗੁਰੂ ਸਿੱਖਿਆ ਦੇ ਲੈਣੇ ਵਾਲੇ ਜੋ ਗੁਰ ਸਿੱਖ ਨੇ, ਤਿਨਾਂ ਦਾ ਨਿਜ ਸੂਬ ਵਿੱਚ ਵਾਸਾ ਹੋ ਗਿਆ। ਸੱਚ ਵੇਖਣ ਸੱਚ ਬੋਲਣਾ, ਤਨ ਮਨ ਸਚਾ ਹੋਏ। ਤਿਨਾਂ ਦਾ ਦੇਖਣਾ ਵੀ ਸੱਚ ਸਰੂਪ ਦਾ, ਬੋਲਣਾ ਵੀ ਸੱਚ ਸਰੂਪ ਵਾਹਿਗੁਰੂ ਦੇ ਜਸ ਦਾ ਹੈ। ਤਿਨਾਂ ਦਾ ਦੇਖਣਾ ਬੋਲਣਾ ਸਭ ਸਫਲ, ਤਿਨਾਂ ਦਾ ਤਨ ਮਨ ਵੀ ਸਫਲ ਹੋ ਜਾਂਦਾ ਹੈ। ਸੱਚੀ ਸਾਖੀ ਉਪਦੇਸ਼ ਸੱਚ, ਸੱਚੇ ਸੱਚੀ ਸੋਏ। ਮੁਖ ਤੋਂ ਵੀ ਸੱਚੇ ਵਾਹਿਗੁਰੂ ਦੇ ਜਸ ਵਰਣਨ ਦੀ ਕਥਾ ਸੁਣਾਉਂਦੇ ਨੇ। ਉਪਦੇਸ਼ ਵੀ ਸੱਚ ਸਰੂਪ ਦਾ ਕਰਦੇ ਨੇ। ਤੇ ਸੱਚੇ ਪੁਰਸ਼ਾਂ ਦੀ ਸੱਚੀ ਸੋਭਾ ਵਡਿਆਈ ਜਗਤ ਵਿੱਚ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਮਨਮੁਖਾਂ ਦੀ ਦਸ਼ਾ ਫਰਮਾਉਂਦੇ ਨੇ, ਜਿਨੀ ਸੱਚ ਵਸਾਰਿਆ, ਸੇ ਦੁਖੀਏ ਚੱਲੇ ਰੋਏ। ਜਿਨ ਮਨਮੁਖਾਂ ਨੇ ਸੱਚ ਨਾਮ ਪਰਮੇਸ਼ਰ ਦਾ ਭੁਲਾ ਦਿੱਤਾ, ਉਹ ਦੁਖੀ ਹੋ ਕੇ ਰੋਂਦੇ ਚੱਲੇ ਨੇ। ਸਤਿਗੁਰ ਜਿਨੀ ਨਾ ਸੇਵਿਓ, ਸੇ ਕਿਤੇ ਆਏ ਸੰਸਾਰ। ਜਮਦਰ ਬੱਧੇ ਮਾਰੀਐ, ਕੂਕ ਨਾ ਸੁਣੈ ਪੁਕਾਰ। ਬਿਰਥਾ ਜਨਮ ਗਵਾਇਆ, ਮਰ ਜੰਮੇ ਵਾਰੋ ਵਾਰ। ਜਿਨ ਪੁਰਸ਼ਾਂ ਨੇ ਸਤਿਗੁਰੂ ਦਾ ਸੇਵਨ ਨਹੀਂ ਕੀਤਾ, ਉਹ ਸੰਸਾਰ ਵਿੱਚ ਕਿਸ ਵਾਸਤੇ ਆਏ ਨੇ? ਤਿਨਾਂ ਦਾ ਆਉਣਾ ਹੀ ਵਿਅਰਥ। ਜੰਮ ਦੇ ਦੁਆਰੇ ਪਲ ਸੰਗਲਾਂ ਨਾਲ ਬੰਧੇ ਹੋਏ ਮਾਰੇ ਜਾਵਣਗੇ। ਫਿਰ ਉਹ ਕੂਕਦੇ ਨੇ ਤਿਨਾਂ ਦੀ ਫਰਿਆਦ, ਭਾਈ ਕੋਈ ਨਹੀਂ ਸੁਣਦਾ। ਜਮਦਰ ਬੱਧੇ ਮਾਰੀ ਹੈ, ਕੂਕ ਨਾ ਸੁਣੈ ਪੁਕਾਰ। ਉੱਥੇ ਪਰ ਕੂਕ ਪੁਕਾਰ ਕੋਈ ਸੁਣੀ ਨਹੀਂ ਜਾਂਦੀ। ਤਿੰਨਾਂ ਮਨਮੁਖਾਂ ਨੇ ਵਿਅਰਥ ਹੀ ਆਪਣਾ ਅਮੋਲਕ ਜਨਮ ਬਤੀਤ ਕਰ ਦਿੱਤਾ। ਮਰ ਕੇ ਵਾਰੰਵਾਰ ਜਨਮਦੇ ਨੇ, ਦੁਨੀਆ ਵਿੱਚ ਪੈ ਜਾਂਦੇ ਨੇ। ਇਹੋ ਜਗ ਜਲਤਾ ਦੇਖ ਗਏ, ਭਜ ਪਏ ਸਤਿਗੁਰ ਚਰਣਾ। ਪਾਤਸ਼ਾਹ ਫਰਮਾਉਂਦੇ ਨੇ, ਇਹੋ ਜਗ ਜਲਤਾ ਦੇਖ ਕੇ ਭਜ ਪਏ ਸਤਿਗੁਰ ਸਰਣਾ। ਜੋ ਪੁਰਸ਼ ਇਸ ਸੰਸਾਰ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤ੍ਰਿਸ਼ਨਾ ਰੂਪ ਅਗਨੀ ਵਿੱਚ ਜਲਦਾ ਹੋਇਆ, ਜਿਨ੍ਹਾਂ ਨੇ ਦੇਖਿਆ ਕਿ ਜਗਤ ਦੀਆਂ ਆਸ਼ਨਾਵਾਂ ਵਾਸ਼ਨਾਵਾਂ ਵਿੱਚ ਰਚਿਆ ਹੋਇਆ ਹੈ, ਜਲ ਰਿਹਾ ਹੈ ਦਿਨ ਤੇ ਰਾਤ। ਫਿਰ ਸਤਿਗੁਰੂ ਦੀ ਸ਼ਰਨ ਵਿੱਚ ਢਹਿ ਪਏ ਆ ਕੇ। ਏਕ ਗੁਰੂ ਦੀ ਲੈ ਲਈ ਕਿ ਗੁਰੂ ਬਚਾਵਣ ਵਾਲਾ ਹੈ ਇਸ ਕਠਨ ਸਾਗਰ ਤੋਂ। ਇਹ ਸਤਿਗੁਰੂ ਕੀ ਬਖਸ਼ਿਸ਼ ਕਰਦੇ ਨੇ ਜੋ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ। ਸਤਿਗੁਰ ਸਚ ਦ੍ਰਿੜਾਇਆ, ਸਦਾ ਸਚ ਸੰਜਮ ਰਹਿਣਾ। ਜੋ ਪੁਰਸ਼ ਜਗਤ ਸੰਸਾਰ ਨੂੰ ਦੇਖਦਾ ਤੇ ਜਲ ਰਿਹਾ ਹੈ ਵਿਕਾਰਾਂ ਦੇ ਵਿੱਚ, ਉਹ ਗੁਰੂ ਦੀ ਸ਼ਰਨ ਵਿੱਚ ਆਇਆ ਤੇ ਗੁਰੂ ਉਸ ਪੁਰਸ਼ ਨੂੰ ਉਪਦੇਸ਼ ਦਿੰਦੇ ਨੇ ਵਾਹਿਗੁਰੂ ਦਾ। ਰੇੜ ਕਰਾ ਦਿੰਦੇ ਨੇ ਨਾਮ ਪਰਮੇਸ਼ਰ ਦਾ, ਜੋੜ ਦਿੰਦੇ ਨੇ ਸੱਚੇ ਪਰਮੇਸ਼ਰ ਦੀ ਯਾਦ ਵਿੱਚ। ਸੋ ਨਿਤ ਹੀ ਸੰਜਮ ਧਾਰਨਾ, ਧਿਆਨ, ਸਮਾਧੀ ਵਿੱਚ ਤਿੰਨਾਂ ਦਾ ਫਿਰ ਰਹਿਣਾ ਹੋ ਜਾਂਦਾ।
ਸਤਿਗੁਰ ਸੱਚਾ ਹੈ ਬੋਹਿ ਥਾ, ਸਭ ਦੇ ਭਵ ਜਲ ਤਰਣਾ। ਸਤਿਗੁਰੂ ਦੇ ਪਾਸ ਗਿਆਨ ਰੂਪ ਸੱਚਾ ਜਹਾਜ਼ ਹੈ ਭਾਈ। ਇਹ ਸਤਿਗੁਰੂ ਦੇ ਉਪਦੇਸ਼ ਤੋਂ ਗਿਆਨ ਰੂਪ ਜਹਾਜ਼ ਪਾ ਕੇ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ। ਸੰਸਾਰ ਸਮੁੰਦਰ 'ਤੇ ਤਰਨੇ ਨੂੰ ਗੁਰੂ ਉਪਦੇਸ਼ ਤੋਂ ਬਿਨਾਂ ਵੀ ਜਗ ਤਪ ਆਦਿਕ ਬਹੁਤ ਉਪਾਅ ਨੇ। ਬੇਨਤੀ ਕੀਤੀ ਪਾਤਸ਼ਾਹ, ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਗੁਰੂ ਉਪਦੇਸ਼ ਤੋਂ ਬਿਨਾਂ ਜਗ ਤਪ ਆਦਿਕ ਬੜੇ ਸੰਜਮ ਸਾਧਨ ਨੇ, ਬੜੇ ਯਤਨ ਨੇ। ਗੁਰੂ ਅਮਰਦਾਸ ਮਹਾਰਾਜ ਜੀ ਬਚਨ ਕਹਿਣ ਲੱਗੇ, ਲੱਖ 84 ਫਿਰਦੇ ਰਹੇ, ਬਿਨ ਸਤਿਗੁਰ ਮੁਕਤ ਨਾ ਹੋਈ। ਪਰ ਜਿਤਨੇ ਵੀ ਉਪਾਅ ਨੇ, ਗੁਰੂ ਸਾਹਿਬ ਕਹਿਣ ਲੱਗੇ, ਪਿਆਰਿਆ ਬੜੇ ਯਤਨ ਨੇ, ਸਭ ਜਨਮ ਤੇ ਮਨ ਤੋਂ ਰਹਿਤ ਨਹੀਂ ਕਰਦੇ। ਯਤਨ ਤਾਂ ਬਹੁਤ ਨੇ, ਉਪਾਅ ਬੜੇ ਨੇ, ਪਰ ਸਾਰੇ ਜਨਮ ਤੇ ਮਨ ਤੋਂ ਰਹਿਤ ਨਹੀਂ ਕਰਦੇ ਬਿਨਾਂ ਸਤਿਗੁਰੂ ਤੋਂ। 84 ਵਿੱਚ ਭਰਮਦੇ ਰਹਿੰਦੇ ਨੇ ਬਿਨਾਂ ਗੁਰੂ ਤੋਂ, ਤੇ ਇਹਨਾਂ ਦੀ ਮੁਕਤੀ ਨਹੀਂ ਹੁੰਦੀ। ਪੜ੍ਹ ਪੜ੍ਹ ਪੰਡਤ ਮੋਨੀ ਥਕੇ, ਦੂਜੇ ਭਾਏ ਪਤ ਖੋਈ। ਦੂਜੇ ਭਾਵ ਵਿੱਚ ਪੈ ਕੇ ਪੰਡਿਤ ਵੀ ਥੱਕ ਗਏ, ਮੋਨ ਧਾਰ ਕੇ ਮੋਨੀ ਵੀ ਥੱਕ ਗਏ। ਅੰਤ ਨੂੰ ਆਪਣੀ ਬ੍ਰਤੀ ਸਟਾ ਵਿਗਾੜ ਲਈ। ਸਤਿਗੁਰ ਸ਼ਬਦ ਸੁਣਾਇਆ, ਬਿਨ ਸੱਚੇ ਅਵਰ ਨਾ ਕੋਈ। ਜਿਨ੍ਹਾਂ ਨੂੰ ਸਤਿਗੁਰੂ ਨੇ ਸ਼ਬਦ ਸੁਣਾਇਆ, ਤਿੰਨਾਂ ਦਾ ਇਹ ਨੇਚਾ ਹੋਇਆ ਕਿ ਬਿਨਾਂ ਵਾਹਿਗੁਰੂ ਤੋਂ ਹੋਰ ਕੋਈ ਵੀ ਨਹੀਂ। ਬੇਨਤੀ ਕੀਤੀ ਪਾਤਸ਼ਾਹ ਗਰੀਬ ਨਵਾਜ, ਜੇਕਰ ਸੱਚੇ ਤੋਂ ਬਿਨਾਂ ਦੂਜਾ ਕੋਈ ਹੈ ਨਹੀਂ, ਤੋ ਸੱਚ ਵਿੱਚ ਕਿਉਂ ਨਹੀਂ ਜੀਵ ਲੱਗਦੇ? ਕਿਉਂ ਨਹੀਂ ਇਹ ਜੀਵ ਫਿਰ ਲੱਗੇ ਰਹਿੰਦੇ ਜੇ ਸੱਚੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ? ਫਿਰ ਇਹ ਜਗਿਆਸੂ ਜੀਵ ਕਿਉਂ ਨਹੀਂ ਲੱਗੇ ਰਹਿੰਦੇ? ਪਾਤਸ਼ਾਹ ਕਹਿਣ ਲੱਗੇ, ਇਹ ਆਪਣੇ ਵੱਸ ਦੀ ਬਾਤ ਨਹੀਂ, ਇਹ ਆਪਣੇ ਵੱਸ ਨਹੀਂ। ਜੋ ਸਚੈ ਲਾਏ ਸੇ ਸੱਚ ਲੱਗੇ, ਨਿਤ ਸੱਚੀ ਕਾਰ ਕਰਨ। ਭਾਈ ਪਿਆਰਿਆ, ਜੋ ਸੱਚੇ ਸਤ ਸੰਗ ਵਿੱਚ ਵਾਹਿਗੁਰੂ ਨੇ ਆਪ ਲਾਏ ਨੇ, ਸੋਈ ਸੱਚੇ ਨਾਮ ਵਿੱਚ ਲੱਗੇ ਨੇ। ਸੋ ਪੁਰਖ ਨਿਤ ਹੀ ਵਾਹਿਗੁਰੂ ਦੀ ਸੱਚੀ ਭਗਤੀ ਕਾਰ ਕਰਦੇ ਨੇ। ਤਿੰਨਾ ਨਿਜ ਘਰ ਵਾਸਾ ਪਾਇਆ, ਸੱਚੇ ਮਹਿਲ ਰਹਨ। ਸੋ ਤਿੰਨ ਭਗਤੀਵਾਨ ਪੁਰਸ਼ਾਂ ਨੇ ਆਪਣੇ ਸੂਬ ਵਿੱਚ ਸਥਾਨ ਪਾ ਲਿਆ, ਤੇ ਸੂਬ ਵਿੱਚ ਸੱਚੇ ਮਹਿਲ ਵਿੱਚ ਰਹਿੰਦੇ ਨੇ। ਨਾਨਕ ਭਗਤ ਸੁਖੀਏ ਸਦਾ, ਸੱਚੈ ਨਾਮ ਰਚਨ। ਪਾਤਸ਼ਾਹ ਫਰਮਾਉਂਦੇ ਨੇ, ਭਾਈ ਨਾਨਕ ਭਗਤ ਸੁਖੀਏ ਸਦਾ, ਸੱਚੈ ਨਾਮ ਰਚਨ। ਜੋ ਸੱਚੇ ਨਾਮੀ ਦੇ ਵਿੱਚ ਰਤੇ ਹੋਏ ਭਗਤ ਨੇ, ਸੰਤ ਨੇ, ਉਹ ਸਦੀਵ ਕਾਲ ਸੁਖੀ ਹੀ ਰਹਿੰਦੇ ਨੇ। ਸ੍ਰੀ ਰਾਗ ਮਹਲਾ ਪੰਜਵਾਂ। ਜਾ ਕੋ ਮੁਸਕਲ ਹੱਥ ਬਣੈ ਢੋਈ, ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ। ਸਾਕ ਭੇ ਭੱਜ ਖਲੇ, ਸਭੋ ਭਜੈ ਆਸਰਾ। ਚੁਕੈ ਸਭ ਆਸਰਾਓ, ਚਿਤ ਆਵੈ ਉਸ ਪਾਰ ਬ੍ਰਹਮ। ਲੱਗੈ ਨ ਤਤੀ ਵਾਓ। ਪੰਚਮ ਪਾਤਸ਼ਾਹ ਪੰਜਵੇਂ ਗੁਰੂ ਨਾਨਕ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਵਨ ਉਪਦੇਸ਼ ਬਖਸ਼ਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ੍ਰੀ ਵਾਹਿਗੁਰੂ ਦੇ ਨਾਮ ਦੇ ਸਿਮਰਨ ਦਾ ਕਿਰਪਾ ਰੂਪ ਫਲ ਔਰ ਨਾਮ ਸਿਮਰਨੇ ਦਾ ਕਰੋੜ ਰੂਪ ਫਲ ਦਿਖਾਉਂਦੇ ਨੇ। ਤਿਨਾਂ ਵਿੱਚ ਪ੍ਰਥਮ ਜੋ ਪ੍ਰੇਮੀ ਨਾਮ ਨੂੰ ਜਪਦੇ ਨੇ, ਨਾਮ ਦੇ ਪ੍ਰੇਮੀ ਨੇ, ਜਿਨ੍ਹਾਂ ਨੇ ਟੇਕ ਨਾਮ ਦੀ ਲਈ, ਆਸਰਾ ਪ੍ਰਭੂ ਦੇ ਨਾਮ ਦਾ ਲਿਆ, ਤਿੰਨਾਂ ਦਾ ਫਲ ਕਹਿੰਦੇ ਨੇ ਪਾਤਸ਼ਾਹ।
जाको मुश्किल अत बनै ढोई कोई ना दे। जिस जीव नूं अत कठिनता बन जावे, औखा समा आ जावे, तू अपने पास कोई नेगट खोण भी ना दवे। शत्रुआं दे समुदाय भी लागू मारन वाले हो जावन, संबंधी जन भी छड्ड के भज जावन, जो साक संबंधी मित्र आदिक हुंदे। आसा रूप पदार्थ भी दूर हो जावे, कोई पदार्थ भी ना रहे। धन आद आसरा देने वाले भी सब उठ जावन, कि जिन पदार्थां पुरुषां दा भरोसा सी वो सब नष्ट हो जावन। ऐसे विपतावान पुरुष नूं, क्योंकि ऐसी विपता जो कला रह गया, ना कोई पदार्थ ना कोई साग संबंधी आदि कुछ भी नहीं, कोई आसरा नहीं। विपदा दे समय वो पुरुष नूं जे मेरा वाहे गुरु पार ब्रह्म चेते आ जावे, चेते आवे उस पार ब्रह्म लगे ना तती वाओ। पातशाह की फरमाउंदे ने, परमेश्वर याद आवे तो तती पौण भी नहीं लग सकती, कि किसी प्रकार का दुख नहीं लग सकता। ऐसी तो इसकी किरपा का फल है, उस परमेश्वर की किरपा का। चेते आवे उस पार ब्रह्म लगे ना तती वाओ। जो उसकी काल विच आ गया, ताती वाव ना लग गई, पार ब्रह्म सरनाई। चौगिरद हमारे राम कार, दुख लगे ना पाई। क्योंकि चित विच याद कीता तरलोकी दे मालिक नूं, फिर वो मालिक कैसा है। पातशाह गुरुदेव दे बचन ने, जिसने भी उसकी शरण लै ली, उस दाते उस परवरदिगार अगे बेनती अरजोई कीती, उसकी अरदास बेअर्थ नहीं जाती। मक्खण शाह लवाणे ने बेनती अर्ज गुजारी, सतगुरु पातशाह अगे गरीब नवाज अगे भी दसबंध कढ़दा, हुण 500 मोहरां भेटा करांगा, बेड़ा बन्ने लाओ। बला ने कह दिता सी, शाह जी ये बेड़ा डुबिया ही जानो। सब यतन निष्फल हो गए ने, ऐसिया समुंदर दियां लहरां नहीं पहुँचांगे। नेत्र मुंदले मक्खण शाह लवाणे ने, पता सी मेरा गुरु समर्थ है। टेक लई नौवें गुरु नानक गुरु तेग बहादुर महाराज जी आप बख्शिश की, बेड़ा बन्ने लाया। वो कैसा दाता कैसा मालिक, जिन्हां ने भी याद किया, जिन्हां ने भी टेक समर्थ गुरु दी लै ली, फिर गुरु रखदा है। वो मालिक बड़ा बेअंत समर्थ है, बिरथी कदे ना होवई जन की अरदास। नानक जोर गोविंद का पूर्ण गुणदास, आप रखदा है। चेते आवे उस पार ब्रह्म लगे ना तती वाओ। तो चेते आवे याद करे, फिर तती वाह भी लगती नहीं, जो उसकी याद विच जड़ जावे। साहिब नताणिया का ताण, आए न जाई थिर सदा, गुर सबदी सच जानो। साहिब नताणिया का ताण, श्री अकाल पुरख नताणिया का ताण है, निर्बलां दा बल है। मेरा वाहिगुरु कैसा है, आए ना जाई जन्म ते मन तो रहत है। सदीव काल स्थिर है, सदा है। पिछे सी भूत काल विच, अज भी है, वर्तमान काल विच अगे भी होवेगा।
ਪਰ ਪ੍ਰਾਪਤ ਕਿਵੇਂ ਹੁੰਦਾ ਹੈ? ਗੁਰ ਸ਼ਬਦੀ ਸੱਚ ਜਾਣ, ਸਤਿਗੁਰੂ ਫਰਮਾਉਂਦੇ ਨੇ। ਗੁਰੂ ਉਪਦੇਸ਼ ਨੂੰ ਸੱਚ ਕਰਕੇ ਮੰਨਣ ਕਰਕੇ ਪ੍ਰਾਪਤ ਹੋ ਜਾਂਦਾ ਹੈ। ਜੇ ਕੋ ਹੋਵੈ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ, ਸਵਾਰਥ ਸੁਆਓ ਨਾ ਕੋ ਕਰੇ ਨਾ ਕਿਛ ਹੋਵੈ ਕਾਜ, ਚਿਤ ਆਵੈ ਓਸ ਪਾਰ ਬ੍ਰਹਮ ਤਾਂ ਨਿਹਚਲ ਹੋਵੈ ਰਾਜ। ਗੁਰਦੇਵ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਪਾਵਨ ਉਪਦੇਸ਼ ਫਰਮਾਉਂਦੇ ਨੇ, ਪਿਆਰਿਓ, ਜੇ ਕੋ ਹੋਵੈ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ। ਜੋ ਕੋਈ ਅਤ ਦੁਰਬਲ ਹੋ ਜਾਵੇ, ਨੰਗ ਭੁੱਖ ਸੇ ਸਦਾ ਪੀੜਤ ਰਹੇ, ਰੁਪਈਆ ਵੀ ਪੱਲੇ ਨਾ ਪਵੇ, ਐਸੀ ਅਤ ਦੀ ਗਰੀਬੀ ਆ ਜਾਵੇ, ਨਾ ਕੋਈ ਉਸਨੂੰ ਧੀਜ ਦੇਣ ਵਾਲਾ ਹੋਵੇ, ਐਸਾ ਵੀ ਕੋਈ ਨਾ ਮਿਲੇ, ਆਪਣਾ ਜੋ ਪ੍ਰਯੋਜਨ ਹੈ ਉਹ ਵੀ ਨਾ ਕਰ ਸਕੇ, ਸਵਾਰਥ ਪਰਾਏ ਦਾ ਅਰਥ ਵੀ ਨਾ ਕਰ ਸਕੇ, ਕੋਈ ਪਰ ਪੁਰਸ਼ ਉਸ ਆਪਦਾਵਾਨ ਦਾ ਕਾਰਜ ਨਾ ਕਰ ਸਕੇ, ਸਰੀਰ ਦੀ ਨਿਰਬਲਤਾ ਸੇ ਸੇਵਾ ਦੇ ਕਾਰਜ ਵੀ ਕੁਝ ਨਾ ਹੋ ਸਕੇ, ਕਿਉਂਕਿ ਸਰੀਰ ਤਨ ਹੀ ਨਿਰਬਲ ਹੈ। ਜੇਕਰ ਪਾਰ ਬ੍ਰਹਮ ਦਾ ਸਿਮਰਨ ਉਸ ਦੇ ਚਿੱਤ ਵਿੱਚ ਪ੍ਰਾਪਤ ਹੋ ਜਾਵੇ, ਪਰਮੇਸ਼ਰ ਦਾ ਸਿਮਰਨ, ਪਾਤਸ਼ਾਹ ਫਿਰ ਕੀ ਫਰਮਾਉਂਦੇ ਨੇ, ਤੋ ਅਚਲ ਚੱਕਰਵਰਤੀ ਰਾਜ ਮਿਲ ਜਾਂਦਾ। ਜੇਕਰ ਪਾਰ ਬ੍ਰਹਮ ਦਾ ਸਿਮਰਨ ਉਸਦੇ ਚਿੱਤ ਵਿੱਚ ਪ੍ਰਾਪਤ ਹੋ ਜਾਵੇ, ਨਾਮ ਜਪੇ, ਅਚਲ ਚੱਕਰਵਰਤੀ ਰਾਜ ਨੂੰ ਪ੍ਰਾਪਤ ਹੋ ਜਾਂਦਾ। ਚਿਤ ਆਵੈ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੈ ਰਾਜ, ਚੱਕਰਵਰਤੀ ਰਾਜ ਮਿਲਦਾ ਹੈ। ਜਾ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਸਤ ਕੁਟੰਬ ਪਲੇਟਿਆ, ਕਦੇ ਖਰਖ ਕਦੇ ਸੋਗ, ਗੌਣ ਕਰੇ ਚੌਕੁੰਟ ਕਾ, ਘੜੀ ਨਾ ਬੈਸਣ ਸੋਏ, ਚਿਤ ਆਵੈ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਜਾ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਕਿਉਂਕਿ ਚਿੰਤਾ ਚਿਖਾ ਸਮਾਨ, ਚਿੰਤਾ ਚਿਖਾ ਸਮਾਨ ਹੁੰਦੀ। ਜਿਸ ਨੂੰ ਚਿੰਤਾ ਬਹੁਤ ਹੋਵੇ, ਚਿੰਤਾ ਤੁਰ ਰਵੇ, ਸਰੀਰ ਵੀ ਚਿੰਤਾ ਕਰਕੇ ਰੋਗੀ ਰੱਖੇ, ਕੁਟੰਬ ਵਿੱਚ ਲਪੇਟਿਆ ਹੋਇਆ ਗ੍ਰਸਤੀ ਹੋਵੇ, ਕਦੇ ਪੁੱਤਰ ਜਨਮ ਆਦਿਕ ਖੁਸ਼ੀ ਹੋ ਜਾਵੇ, ਕਦੇ ਤਿੰਨਾਂ ਦੇ ਮਰਨ ਆਦਿਕ ਸੇ ਸੋਗਵੰਤ ਹੋ ਜਾਵੇ, ਖਾਲਕ ਸੋਗ ਬਣਿਆ ਰੱਖੇ, ਚਾਰੋਂ ਕੁੰਟਾਂ ਦਾ ਭਰਮਣਾ ਵੀ ਕਰ ਲਵੇ, ਪਾਤਸ਼ਾਹ ਫਰਮਾਉਂਦੇ ਨੇ, ਚਾਰੇ ਕੁੰਟਾਂ ਦਾ ਘੜੀ ਭਰ ਵੀ ਸਥਿਤ ਹੋ ਕੇ ਬੈਠਣਾ ਨਾ ਮਿਲੇ, ਉਸਨੂੰ ਸੌਣਾ ਵੀ ਨਾ ਮਿਲੇ। ਜੇਕਰ ਪਾਰ ਬ੍ਰਹਮ ਦਾ ਚਿੱਤ ਵਿੱਚ ਸਿਮਰਨ ਹੋ ਆਵੇ, ਉਸ ਪਰਮੇਸ਼ਰ ਮੇਰੇ ਵਾਹੇ ਗੁਰੂ ਦੀ ਯਾਦ ਵਿੱਚ ਜੁੜ ਜਾਵੇ, ਉਸ ਦਾ ਤਨ ਤੇ ਮਨ ਸੀਤਲ ਹੋ ਜਾਵੇਗਾ। ਕਾਮ ਕ੍ਰੋਧ ਮੋਹਿ ਵਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲ ਵੇਖਿਓ ਅਗ ਕੀਏ ਹੁਆ ਅਸੁਰ ਸੰਘਾਰ, ਪੋਥੀ ਗੀਤ ਕਵਿਤ ਕਿਛ ਕਦੇ ਨ ਕਰਨ ਧਰਿਓ, ਚਿਤ ਆਵੈ ਉਸ ਪਾਰ ਬ੍ਰਹਮ, ਤਾਂ ਨਿਮਖ ਸਿਮਰਤ ਤਰਿਓ। ਸਤਿਗੁਰੂ ਪਾਤਸ਼ਾਹ ਪਾਵਨ ਬਚਨ ਬਖਸ਼ਦੇ ਨੇ, ਕਾਮ ਕ੍ਰੋਧ ਮੋਹਿ ਵਸ ਕੀਆ, ਕਿਰਪਨ ਲੋਭ ਪਿਆ।
ਕਾਮ ਕ੍ਰੋਧ ਤਾਂ ਮੋਹ ਇਹਨਾਂ ਵਿਕਾਰਾਂ ਦਾ ਵਸ ਕੀਤਾ ਹੋਇਆ ਕਿਰਪਣ ਜੋ ਧਨ ਦੇ ਵਿਵਹਾਰ ਪਰਮਾਰਥ ਵਿੱਚ ਆਪ ਲਗਾਵਣੇ ਵਾਲਾ ਨਾ ਹੋਵੇ। ਐਸਾ ਸੂਮ ਵੀ ਹੋਵੇ ਵਿਕਾਰਾਂ ਵਿੱਚ ਗ੍ਰਸਿਆ, ਧਨ ਦੇ ਲੋਭ ਹੀ ਵਿੱਚ ਪਿਆਰ ਹੋਵੇ ਉਸ ਦਾ। ਗੋ ਘਾਤ ਗੁਰੂ ਪਤਨੀ ਰਮਨ ਬ੍ਰਹਮ ਹਤਿਆ ਇੱਕ ਸ਼ੇਰ ਸੇ ਅਧਿਕ ਕੰਚਨ ਦੀ ਚੋਰੀ ਕਰਨਾ। ਕਿਉਂਕਿ ਸੋਨਾ ਚੋਰੀ ਕਰਨਾ ਵੀ ਵੱਡਾ ਪਾਪ ਹੈ। ਯਦਪ ਅਲਪ ਸਵਰਨ ਦਾ ਚੁਰਾਵਣਾ ਵੀ ਪਾਪ ਹੈ। ਪਰੰਤੂ ਸ਼ੇਰ ਸੇ ਅਧਿਕ ਇੱਕ ਸ਼ੇਰ ਤੋਂ ਅਧਿਕ ਕਿਲ ਵਿਖਾਂ ਵਿੱਚ ਕਿਹਾ ਕਿ ਵੱਡੇ ਪਾਪ ਵੱਜਦ ਜੋ ਇੱਕ ਸ਼ੇਰ ਤੋਂ ਵੱਧ ਸੋਨਾ ਚੋਰੀ ਕਰਨਾ। ਸੋਨਾ ਤਾਂ ਰੰਚਕ ਮਾਤਰ ਵੀ ਅਲਪ ਵੀ ਚੁਰਾਣਾ ਪਾਪ ਹੈ। ਕਿ ਚਾਰੋਂ ਪਾਪ ਇਹ ਮਹਾਪਾਪ ਗਿਣੇ ਗਏ ਨੇ। ਗੋ ਘਾਤ ਗੁਰੂ ਪਤਨੀ ਰਮਨਾ ਬ੍ਰਹਮ ਹਤਿਆ ਬ੍ਰਾਹਮਣਾਂ ਦੀ ਹੱਤਿਆ ਕਰ ਦੇਣੀ। ਇੱਕ ਸ਼ੇਰ ਸੇ ਅਧ ਕੰਚਨ ਦੀ ਚੋਰੀ ਕਰਨਾ। ਜਦ ਅਲਪ ਸੋਨੇ ਦਾ ਵੀ ਪਾਪ ਹੈ ਪਰ ਉਹ ਵੱਡਾ ਪਾਪ। ਇਹ ਚਾਰ ਮਹਾਪਾਪ ਨੇ। ਇਹਨਾਂ ਚਾਰਾਂ ਦੇ ਜੋ ਕਰਨ ਵਾਲੇ ਨੇ, ਇਹਨਾਂ ਚਾਰਾਂ ਕਿਲ ਵਿਖੀਆਂ ਦਾ ਜੋ ਸੰਗੀ ਵੀ ਇਹਨਾਂ ਦੇ ਤੁੱਲ ਹੀ ਪੰਜਵਾਂ ਪਾਪੀ ਹੋ ਜਾਂਦਾ ਹੈ। ਜੋ ਇਹਨਾਂ ਦਾ ਸੰਗੀ ਹੋਵੇ ਉਹ ਵੀ ਪੰਜਵਾਂ ਪਾਪੀ ਬਣਦਾ ਹੈ। ਸੰਗਤ ਤੋਂ ਘੜੀ ਪਲ ਮਾਤਰ ਕਿਸੇ ਸੰਜੋਗ ਸੇ ਵੀ ਹੋ ਜਾਂਦੀ ਹੈ। ਬੇਨਤੀ ਕੀਤੀ ਗੁਰਦੇਵ ਅੱਗੇ। ਪਾਤਸ਼ਾਹ ਕਹਿਣ ਲੱਗੇ ਸ਼ਾਸਤਰ ਵਿੱਚ ਨਿਯਮ ਕੀਤਾ ਹੈ ਜੋ ਜਿਸ ਦੀ ਇੱਕ ਵਰਖ ਪਰਯੰਤ ਸੰਗਤ ਕਰੇ ਸ਼ਾਸਤਰ ਵਿੱਚ 1 ਸਾਲ ਤੋ ਤਿਸ ਦੇ ਤੁੱਲ ਹੋ ਜਾਂਦਾ ਹੈ। ਸ਼ਾਸਤਰ ਕਹਿੰਦੇ ਨੇ ਵਿਸ਼ਵਾਸ ਘਾਤ ਕਿਰਤ ਘਣਤਾ ਆਦਿਕ ਵੀ ਪਾਪ ਕੀਏ ਹੋਏ ਤਿਸ ਪੁਰਸ਼ ਨੇ ਸਭ ਕਿਲਵਕ ਤਥਾ ਕਿਰਤ ਘਣਤਾ ਆਦਿਕ ਪਾਪ ਕੀਤੇ ਹੋਏ ਅਸੁਰੀ ਸੰਪਤਾ ਦੇ ਗੁਣਾ ਕੇ ਮਾਰਿਆ ਹੋਇਆ ਦੈਂਤੋਂ ਦੇ ਤੁਲ ਜੀਵਾਂ ਦੇ ਮਾਰਨੇ ਵਾਲਾ ਵੀ ਹੋਇਆ। ਔਰ ਪੋਥੀ ਸ਼ਾਸਤਰ ਸੰਗੀਤ ਕਾਵਿਆ ਜਿਨ੍ਹਾਂ ਵਿੱਚ ਵਾਹਿਗੁਰੂ ਦਾ ਨਾਮ ਗੁੰਥਤ ਹੋਵੇ ਸੋ ਕਦੇ ਨਹੀਂ ਕੰਨ ਧਾਰਨ ਕੀਤਾ। ਸੁਣਿਆ ਨਹੀਂ ਕਿ ਕਦੇ ਨਹੀਂ ਸੁਣਿਆ। ਪਰੰਤੂ ਜੇ ਉਸ ਨੂੰ ਪਾਰ ਬ੍ਰਹਮ ਪਰਮੇਸ਼ਰ ਦਾ ਸਿਮਰਨ ਚਿੱਤ ਵਿੱਚ ਯਾਦ ਹੋ ਜਾਵੇ, ਉਸ ਦੀ ਯਾਦ ਚਿੰਤਨ ਵਿੱਚ ਜੁੜ ਜਾਵੇ, ਤਬ ਇੱਕ ਨਿਮਖ ਮਾਤਰ ਦੇ ਸਿਮਰਨ ਨਾਲੋਂ ਮੁਕਤ ਹੋ ਗਿਆ। ਇੱਕ ਨਿਮਖ ਮਾਤਰ ਦੇ ਸਿਮਰਨ ਤਮ 4 ਪੌੜੀਆਂ ਵਿੱਚ ਵਾਹਿਗੁਰੂ ਦੇ ਸਿਮਰਨੇ ਸੇ ਨੀਚਾਂ ਨੂੰ ਊਚਤਾ ਦਿਖਾਈ ਹੈ ਸਤਿਗੁਰਾਂ ਨੇ। 4 ਪੌੜੀਆਂ ਵਿੱਚ ਵਾਹਿਗੁਰੂ ਦੇ ਸਿਮਰਨ ਬਿਨਾਂ ਜੋ ਊਚ ਹੈ ਤਿਨਾਂ ਨੂੰ ਨੀਚਤਾ ਦਿਖਾਉਂਦੇ ਨੇ ਜੋ ਨਾਮ ਨਹੀਂ ਜਪਦੇ। ਸਾਸਤ ਸਿਮਰਤ ਵੇਦ 4 ਮੁਖ ਆਗਰ ਵਿਚਰੇ ਤਪੇ ਤਪੀਸਰ ਜੋਗੀਆਂ ਤੀਰਥ ਗਵਨ ਕਰੇ ਖਟ ਕਰਮਾ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰ ਕੇ ਜਾਏ। ਸ਼ਾਸਤਰ ਵੇਦਾਂਤ ਆਦਿਕ 6 ਔਰ ਸਿਮਰਤੀਆਂ ਮਨੂ ਆਦਿਕ 27 ਵੇਦ ਰਿਗ ਆਦਿਕ 4 ਵੇਦ ਨੇ ਆਪਣੇ। ਕੰਠ ਹੋ ਜਾਵਣ 6 ਸ਼ਾਸਤਰ 27 ਸਿਮਰਤੀਆਂ 4 ਵੇਦ ਵੀ ਕੰਠ ਹੋ ਜਾਵਣ। ਵਿਚਾਰ ਦਾ ਵੀ ਹੋਵੇ ਤਪ ਕਰਨੇ ਸੇ ਈਸ਼ਵਰ ਵੀ ਵੱਡਾ ਬਣ ਜਾਵੇ, ਤਪੀਆਂ ਦਾ ਮਹੰਤ ਹੋ ਜਾਵੇ, ਯੋਗ ਸਾਧੀ ਹੋਏ, 7 ਤੀਰਥਾਂ ਦੀ ਯਾਤਰਾ ਕਰਦਾ ਹੋਵੇ, ਖਟ ਕਰਮਾਂ ਸੇ ਦੁੱਗਣੇ 12 ਦਵਾਸ ਕਰਮ ਸੰਧਿਆ ਇਸ਼ਨਾਨ ਜਪ ਹੋਮ ਅਥਿਤ ਪੂਜਨ ਦੇਵਾਦਿ ਵੇਦ ਪੜ੍ਹਨ ਪੜ੍ਹਾਉਣਾ ਜਗ ਕਰਨਾ ਕਰਾਉਣਾ ਦਾਨ ਦੇਣਾ ਦਾਨ ਲੈਣਾ ਨਾ ਹੀ ਕਰਕੇ ਠਾਕਰ ਪੂਜਾ ਵੀ ਕਰਦਾ ਹੋਵੇ। ਇਨ ਸਭਨਾਂ ਨੂੰ ਕਰਦਾ ਵੀ ਹੈ। ਜੇਕਰ ਪਾਰ ਬ੍ਰਹਮ ਵਿੱਚ ਪ੍ਰੇਮ ਨਾ ਲੱਗੇ, ਉਸ ਪਰਮੇਸ਼ਰ ਦੀ ਯਾਦ ਵਿੱਚ ਨਾ ਜੁੜੇ, ਅਵਸ਼ ਮੇ ਨਰਕ ਵਿੱਚ ਹੀ ਜਾਵੇਗਾ। ਪਾਤਸ਼ਾਹ ਫਰਮਾਉਂਦੇ ਨੇ ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ, ਉਹ ਨਰਕ ਵਿੱਚ ਜਾਵੇਗਾ। ਬੇਨਤੀ ਕੀਤੀ ਪਾਤਸ਼ਾਹ ਗੁਰਦੇਵ
ਜਗ ਆਦਿਕਾਂ ਦੇ ਕਰਨ ਦਾ ਫਲ ਸਵਰਗ ਆਦਿਕ ਲਿਖਿਆ ਹੈ ਕਿ ਸਵਰਗ ਵਿੱਚ ਵਾਸਾ ਹੁੰਦਾ ਹੈ ਜੋ ਦਾਨ ਪੁੰਨ ਜਗ ਕਰਦੇ। ਸਤਿਗੁਰੂ ਜੀ ਤਿੰਨਾਂ ਦਾ ਫਲ ਨਰਕ ਕਹਿੰਦੇ ਨੇ। ਇਸ ਵਿੱਚ ਗੁਰਵਾਕ ਸੇ ਵਿਰੁੱਧ ਅਰਥ ਦੇ ਪ੍ਰਤੀਪਾਦਕ ਹੋਏ। ਪਰ ਪਾਤਸ਼ਾਹ ਫਰਮਾਉਂਦੇ ਨੇ, ਕੀ ਬਚਨ ਕਹਿੰਦੇ ਨੇ, ਭਗਵੰਤ ਭਗਤ ਵਿਰੁੱਧ ਜਿਤਨੇ ਕਰਮ ਨੇ ਸੋ ਸਭ ਦੁੱਖ ਦਾ ਕਾਰਨ ਨੇ। ਕਿਉਂਕਿ ਜਿੰਨੇ ਵੀ ਕਰਮ ਉਸ ਪਰਮੇਸ਼ਰ ਦੀ ਭਗਤੀ ਦੇ ਵਿਰੁੱਧ ਕਰਮ ਨੇ ਉਹ ਸਾਰੇ ਦੁੱਖਾਂ ਦਾ ਕਾਰਨ। ਭਾਵ ਇਹ ਕਿ ਜੋ ਕਰਮ ਅਹੰਕਾਰ ਪੂਰਵਕ ਕੀਤੇ ਜਾਂਦੇ ਨੇ, ਕਿਉਂਕਿ ਜਗ ਕੀਤਾ, ਦਾਨ ਪੁੰਨ ਆਦਿ ਕੀਤੇ, ਤੀਰਥ ਯਾਤਰਾ ਕੀਤੀ, ਫਿਰ ਹੰਕਾਰ ਹੋ ਗਿਆ ਕਿ ਮੈਂ ਵੱਡਾ ਜਗ ਕੀਤਾ, ਇੰਝ ਕੀਤਾ, ਬੜੀ ਪ੍ਰਭਤਾ ਹੋਈ, ਹੰਕਾਰ ਹੋ ਗਿਆ। ਤਿੰਨਾਂ ਦਾ ਫਲ ਸਵਰਗ ਆਦਿਕ ਮਿਲਦਾ ਹੈ। ਪਾਤਸ਼ਾਹ ਕਹਿੰਦੇ ਨੇ ਇਹ ਨਹੀਂ ਕਿ ਨਹੀਂ ਮਿਲਦਾ, ਮਿਲਦਾ ਹੈ, ਪਰੰਤੂ ਉੱਥੇ ਵੀ ਈਰਖ ਆਦਿਕ ਦੁੱਖ ਬਣੇ ਰਹਿੰਦੇ ਨੇ। ਕੈਸੇ ਦੁੱਖ? ਪੁੰਨਾਂ ਦੇ ਖੇਡ ਹੋਣੇ ਸੇ ਉੱਥੋਂ ਬਾਹਰ ਸੁੱਟਿਆ ਜਾਂਦਾ ਹੈ। ਜਿੰਨੇ ਮਨੁੱਖ ਦੇ ਪੁੰਨ ਨੇ ਉਨੇ ਵਰਸ਼ ਉਹ ਪੁੰਨ ਜਿਵੇਂ ਨੇ ਉਸ ਤਰ੍ਹਾਂ ਫਿਰ ਉਹ ਮਰਿਆਦਾ ਜੋ ਵਿਧਾਨ ਹੈ ਪਰਮੇਸ਼ਰ ਦਾ, ਉਤਨੇ ਕਾਲ ਵਰਸ਼ ਉਸ ਸਵਰਗ ਲੋਕ ਵਿੱਚ ਰਹਿੰਦਾ ਹੈ। ਇੱਕ ਗਲ ਵਿੱਚ ਮਾਲਾ ਵੀ ਫੁੱਲਾਂ ਦੀ ਪਾਈ ਜਾਂਦੀ ਹੈ। ਇੱਕ ਵਰਸ਼ ਬਤੀਤ ਹੋਇਆ ਉਹ ਫੁੱਲ ਇੱਕ ਸੁੱਕ ਜਾਂਦਾ ਹੈ। ਮਨੁੱਖ ਦਿਨ ਰਾਤ ਝੋਰਿਆਂ ਵਿੱਚ ਚਿੰਤਾਤੁਰ ਹੁੰਦਾ ਕਿ 1 ਸਾਲ 2 ਸਾਲ ਹੁਣ ਕੰਮ ਹੋ ਗਏ, ਇੰਨੇ ਸਾਲ ਰਹਿ ਗਏ, ਸਵਰਗ ਚੋਂ ਨਰਕ ਵਿੱਚ ਸੁੱਟਿਆ ਜਾਵਾਂਗਾ। ਰਾਜਾ ਹਿਰਗ ਦਾ ਦ੍ਰਿਸ਼ਟਾਂਤ ਵੀ ਹੈ। ਇਨ ਕਰਮਾਂ ਦੇ ਕਾਰਨ ਇਸੇ ਦੁੱਖਾਂ ਦੀ ਨਿਵਰਤੀ ਕਦੇ ਨਹੀਂ ਹੁੰਦੀ, ਕਿਉਂਕਿ ਸਵਰਗਪੁਰੀ, ਇੰਦਰਪੁਰੀ, ਸ਼ਿਵਪੁਰੀ, ਬ੍ਰਹਮਪੁਰੀ ਆਦਿਕ ਪੁਰੀਆਂ ਹੀ ਸਦੀਵੀ ਨਹੀਂ ਰਹਿ ਸਕਦੀਆਂ, ਇਹ ਸਥਿਤ ਨਹੀਂ। ਜਦੋਂ ਜਗਤ ਵਿੱਚ ਮਹਾਪਰਲੋ ਆਉਂਦੀ ਹੈ ਇਹਨਾਂ ਦਾ ਨਾਸ ਹੋ ਜਾਂਦਾ ਹੈ। ਭਗਵੰਤ ਦੀ ਭਗਤੀ ਤੋਂ ਬਿਨਾਂ ਕਦੇ ਸੁੱਖ ਦੀ ਪ੍ਰਾਪਤੀ ਹੀ ਨਹੀਂ। ਪਾਤਸ਼ਾਹ ਫਰਮਾਉਂਦੇ ਨੇ ਉਸ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਸੁੱਖ ਨਹੀਂ ਮਿਲਦਾ। ਸਾਰੇ ਸੁੱਖ ਪਰਮੇਸ਼ਰ ਦੀ ਭਗਤੀ ਵਿੱਚ ਨੇ। ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰਪਰ ਨਰਕੇ ਜਾਏ। ਰਾਜ ਮਿਲਕ ਸਿਕਦਾਰੀਆਂ ਰਸ ਭੋਗਣ ਵਿਸਥਾਰ। ਬਾਗ ਸੁਹਾਵੇ ਸੋਹਣੇ ਚੱਲੈ ਹੁਕਮ ਅਪਾਰ। ਰੰਗ ਤਮਾਸੇ ਬਹੁ ਵਿਧੀ ਚਾਹੇ ਲਗ ਲਿਓ। ਚਿਤ ਆਇਤ ਨਾ ਆਇਓ ਪਾਰ ਬ੍ਰਹਮ ਤਾਂ ਸਰਬ ਕੀ ਜੂਨ ਗਿਆ। ਗੁਰੂ ਅਰਜਨ ਦੇਵ ਮਹਾਰਾਜ ਪਾਵਨ ਉਪਦੇਸ਼ ਫਰਮਾਉਂਦੇ ਨੇ, ਰਾਜ ਮਿਲਕ ਸਿਕਦਾਰੀਆਂ ਰਸ ਭੋਗਣ ਵਿਸਥਾਰ। ਬਾਗ ਸੁਹਾਵੇ ਸੋਹਣੇ ਚੱਲੈ ਹੁਕਮ ਅਪਾਰ। ਰੰਗ ਤਮਾਸੇ ਬਹੁ ਵਿਧੀ ਚਾਏ ਲੱਗ ਰਖਿਆ। ਚਿਤ ਨਾ ਆਇਓ ਪਾਰ ਬ੍ਰਹਮ ਤਾਂ ਸਰਬ ਕੀ ਜੋਨ ਗਿਆ। ਰਾਜ ਦੇਸ਼ਾਂ ਦੀ ਹਕੂਮਤ ਮਲਕੀਤ ਸਰਦਾਰੀਆਂ ਜਿਸ ਦੇ ਘਰ ਵਿੱਚ ਬਹੁਤ ਹੋ ਜਾਵਣ, ਤਿੰਨਾਂ ਦੇ ਕੁਲ ਵਿੱਚ ਬਹੁਤ ਪੁਸ਼ਤਾਂ ਤੱਕ ਸਰਦਾਰੀ ਮਰਾਤਬੇ ਨੂੰ ਪਹੁੰਚ ਜਾਵੇ। ਸ਼ਬਦ ਆਦਿਕ ਵਿਸ਼ਿਆਂ ਨੂੰ ਅਰਕਤਾ ਸੇ ਭੋਗਣਾ ਕਰੇ ਰਸ ਆਨੰਦ ਭੋਗੇ ਵਿਸ਼ਿਆਂ ਵਕਾਰਾਂ ਦੇ। ਬਾਗ ਵੀ ਸੁਭਾਏਮਾਨ ਪ੍ਰਾਪਤ ਹੋ ਜਾਣ, ਉਸ ਵਿੱਚ ਵੱਡੇ ਵੱਡੇ ਸੋਹਣੇ ਮੰਦਰ ਵੀ ਬਣੇ ਹੋਣ ਬਾਗਾਂ ਵਿੱਚ। ਹੁਕਮ ਵੀ ਆਮੋੜ ਚੱਲੇ, ਰੰਗ ਰੰਗ ਦੇ ਤਮਾਸ਼ੇ ਕੌਤਕ ਬਹੁਤ ਪ੍ਰਕਾਰ ਦੇ ਉਤਸ਼ਾਹ ਇਹਨਾਂ ਵਿੱਚ ਲੱਗਿਆ ਰਹਾ। ਪਰੰਤੂ ਜੋ ਪਾਰ ਬ੍ਰਹਮ ਦਾ ਸਿਮਰਨ ਨਾ ਪ੍ਰਾਪਤ ਹੋਵੇ ਤੋ ਸੱਪ ਦੀ ਜੋਨ ਵਿੱਚ ਜਾ ਪ੍ਰਾਪਤ ਹੋਇਆ। ਉਹ ਖਤ ਰਾਜਾ ਸੱਪ ਦੀ ਜੂਨ ਨੂੰ ਪ੍ਰਾਪਤ ਹੋਇਆ ਸੀ। ਬਹੁਤ ਤਨਾੜ ਅਚਾਰਵੰਤ ਸੋਭਾ ਨਿਰਮਲ ਰੀਤ। ਮਾਤ ਪਿਤਾ ਸੁਤ ਪਾਈਆਂ ਸਾਜਨ ਸੰਗ ਪ੍ਰੀਤ। ਲਸ਼ਕਰ ਤਰਕਸ
ਬੰਦ ਬੰਦ ਜਿਉ ਜਿਉ ਸਗਲੀ ਕੀਟ, ਚੇਤਨਾ ਆਇਓ ਪਾਰ ਬ੍ਰਹਮ, ਤਾਂ ਖੜ ਰਸਾਤਲ ਦੀਦੋ। ਪਾਤਸ਼ਾਹ ਫਰਮਾਉਂਦੇ ਨੇ, ਬਹੁਤ ਧਨਾੜ ਅਚਾਰਵੰਤ ਸੋਭਾ ਨਿਰਮਲ ਰੀਤ। ਬਹੁਤ ਧਨਵਾਨ ਹੋ ਜਾਵੇ ਵੱਡਾ ਧਨੀ ਸ਼ਾਹੂਕਾਰ, ਸੇਠ ਅਚਾਰਾਂ ਦੇ ਧਾਰਨ ਵਾਲਾ ਵੀ ਹੋਵੇ, ਸੋਭਾ ਸੰਯੁਕਤ ਹੋ ਕੇ ਨਿਰਮਲ ਮਰਿਆਦਾ ਵਾਲਾ ਹੋ ਜਾਵੇ, ਮਾਤਾ ਪਿਤਾ ਪੁੱਤਰ ਭਰਾਤਾ ਸੱਜਣ ਪੁਰਖਾਂ ਦੇ ਸਾਥ ਪ੍ਰੀਤੀ ਵੀ ਹੋਵੇ, ਤੀਰਾਂ ਦੇ ਪੱਥੇ ਬੰਨ੍ਹਣੇ ਵਾਲੀ ਜੋ ਸੈਨਾ ਹੈ, ਸੋ ਵੀ ਜਿਉ ਜਿਉ ਕਰਕੇ ਸਭ ਬੰਦਾ ਕਰਨ ਵਾਲੀ ਹੋਵੇ, ਆਗਿਆਕਾਰੀ ਸੈਨਾ ਹੋਵੇ। ਤੂੰ ਜੋ ਪਾਰ ਬ੍ਰਹਮ ਕਰਤਾ ਪੁਰਖ ਚਿੱਤ ਵਿੱਚ ਨਾ ਆਵੇ, ਉਸ ਪਰਮੇਸ਼ਰ ਦੇ ਨਾਮ ਨੂੰ ਨਾ ਜਪੇ, ਸਿਮਰਨ ਨਾ ਕਰੇ ਤਾਂ ਲੈ ਜਾਏ, ਕਰਕੇ ਨਰਕ ਵਿੱਚ ਦਿੱਤਾ ਜਾਂਦਾ ਹੈ। ਉਸਦਾ ਵਾਸਾ ਫਿਰ ਜਮਦੂਤ ਲਿਜਾਂਦੇ ਨੇ, ਨਰਕ ਵਿੱਚ ਸੁੱਟਦੇ ਨੇ। ਕਾਇਆ ਰੋਗ ਨਾ ਛਿਦਰ ਕਿਛ, ਨਾ ਕਿਛ ਕਾੜਾ ਸੋਗ, ਬਿਰਤ ਨ ਆਵੀ ਚਿਤ ਤਿਸ, ਐਨਿਸ ਭੋਗੈ ਭੋਗ। ਸਭ ਕਿਛ ਕੀ ਤੂਨ ਆਪਣਾ, ਜੀਏ ਨਾ ਸੰਗ ਧਰਿਆ, ਚੇਤਨਾ ਆਇਓ ਪਾਰ ਬ੍ਰਹਮ, ਜਮ ਕੰਕਰ ਵਸ ਭਰਿਆ। ਪਾਤਸ਼ਾਹ ਫਰਮਾਉਂਦੇ ਨੇ, ਸਰੀਰ ਵਿੱਚ ਰੋਗ ਵੀ ਨਾ ਹੋਵੇ, ਨਾ ਕੁਛ ਦੋਸ਼ ਹੋਵੇ, ਨਾ ਕੋਈ ਝੋਰਾ ਹੋਵੇ, ਨਾ ਕਿਸੇ ਪ੍ਰਕਾਰ ਦਾ ਸੋਗ ਹੋਵੇ, ਮੌਤ ਤੋਂ ਤੈਨੂੰ ਯਾਦ ਹੀ ਨਾ ਹੋਵੇ, ਰਾਤ ਦਿਨ ਭੋਗਾਂ ਨੂੰ ਹੀ ਭੋਗਦਾ ਰਹੇ, ਰਸ ਮਾਣੇ। ਸਭ ਕੁਛ ਰਾਜ ਆਦਿਕ ਆਪਣਾ ਹੀ ਕਰ ਲਿਆ, ਵਿੱਚ ਕਿਸੇ ਸ਼ਤਰੂ ਦੀ ਸ਼ੰਕਾ ਵੀ ਨਾ ਹੋਈ ਧਾਰਨ ਹੋਵੇ। ਜੇਕਰ ਪਾਰ ਬ੍ਰਹਮ ਦਾ ਸਿਮਰਨ ਨਹੀਂ ਕੀਤਾ, ਨਾਮ ਨਹੀਂ ਜਪਿਆ, ਜਮਦੂਤਾਂ ਦੇ ਵਸ ਪੈਂਦਾ ਹੈ। ਤੇ ਜਮਦੂਤਾਂ ਦੇ ਵਸ ਪਿਆ ਰੋਂਦਾ, ਸਜ਼ਾਵਾਂ ਪਾਉਂਦਾ। ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਬ ਨਿਜ ਸਿਧਾਂਤ ਵਾਹਿਗੁਰੂ ਦੀ ਕਿਰਪਾ ਦਿਖਾਉਂਦੇ ਨੇ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ, ਤਿਉਂ ਤਿਉਂ ਹਰ ਸਿਉ ਰੰਗ। ਦੋਹਾਂ ਸਿਰਿਆਂ ਕਾ ਖਸਮ ਆਪ, ਅਵਰ ਨਾ ਦੂਜਾ ਥਾਉ। ਸਤਿਗੁਰ ਤੁਠੈ ਪਾਇਆ, ਨਾਨਕ ਸੱਚਾ ਨਾਉ। ਪਾਤਸ਼ਾਹ ਗੁਰਦੇਵ ਫਰਮਾਉਂਦੇ ਨੇ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਸ ਪਰ ਪਰਿਪੂਰਨ ਪ੍ਰਮਾਤਮਾ ਭਾਈ ਕਿਰਪਾ ਕਰੇ, ਤੈਨੂੰ ਫਿਰ ਸਾਧੂਆਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਮਾਨੋ ਸੰਗਤ ਮਿਲੀ ਸਾਧੂ ਦੀ, ਇੱਕ ਕਿਰਪਾ ਹੈ ਪਰਮੇਸ਼ਰ ਦੀ। ਸੰਗ ਇੰਝ ਨਹੀਂ ਮਿਲ ਜਾਂਦਾ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਪਾਤਸ਼ਾਹ ਫਰਮਾਉਂਦੇ ਨੇ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਕਿਉਂਕਿ ਤਰਲੋਕੀ ਦੇ ਮਾਲਕ ਦੀ ਨਜ਼ਰ ਤੁਹਾਡੇ ਤੇ ਹੋ ਗਈ। ਜਦੋਂ ਮੇਹਰਾਂ ਦੀ ਨਜ਼ਰ ਹੋਈ, ਫਿਰ ਸਾਧੂ ਦਾ ਸੰਗ ਬਖਸ਼ਦਾ ਹੈ। ਸਾਧੂ ਦਾ ਸੰਗ, ਫਿਰ ਸਾਧੂਆਂ ਦੀ ਸੰਗਤ ਹੋ ਗਈ। ਜੈਸੇ ਜੈਸੇ ਪਾਤਸ਼ਾਹ ਫਰਮਾਉਂਦੇ ਨੇ, ਜਿਉਂ ਜਿਉਂ ਉਹ ਵਧਾਈ ਹੈ, ਤਿਉਂ ਤਿਉਂ ਫਲ ਸਿਉ ਰੰਗ। ਇਹ ਆਪਣੇ ਹੱਥ ਵੱਸ ਹੈ ਕਿ ਕਿਵੇਂ ਵਧਾਉਣਾ ਹੈ ਕਿ ਘਟਾਉਣਾ ਹੈ। ਕਿਰਪਾ ਤਾਂ ਹੋਗੀ ਪਰਮੇਸ਼ਰ ਦੀ, ਸੰਗ ਸਾਧੂ ਦਾ ਮਿਲ ਗਿਆ। ਜਿਉਂ ਜਿਉਂ ਉਹ ਵਧਾਈ ਹੈ, ਤਿਉਂ ਤਿਉਂ ਫਲ ਸਿਉ ਰੰਗ। ਜਿਉਂ ਜਿਉਂ ਜੈਸੇ ਜੈਸੇ ਉਸ ਸਤ ਸੰਗ ਨੂੰ ਆਪਾਂ ਵਧਾਵਾਂਗੇ, ਤੈਸੇ ਤੈਸੇ ਪਰਮੇਸ਼ਰ ਵਿੱਚ ਪ੍ਰੇਮ ਵੱਧਦਾ ਜਾਵੇਗਾ ਔਰ ਬਖਸ਼ੀਸ਼ਾਂ ਮਿਲਣਗੀਆਂ। ਕਿਉਂਕਿ ਵੱਡਾ ਫਲ
ਗੁਰੂ ਨਾਨਕ ਦੀ ਸੰਗਤ ਵਿੱਚੋਂ ਮਿਲਦਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਕਿਉਂਕਿ ਸੰਗਤ ਵਿੱਚ ਗੁਰੂ ਨਾਨਕ ਪ੍ਰਤੱਖ ਬੈਠਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ 4 ਪੌੜੀਆਂ ਵਿੱਚ ਸੁਕ੍ਰੇਤੀ, 4 ਪੌੜੀਆਂ ਵਿੱਚ 2 ਕ੍ਰੇਤੀ ਜੀਵਾਂ ਦਾ ਕਥਨ ਕੀਤਾ ਹੈ। ਸੋ ਦੋਨਾਂ ਦਾ ਮਾਲਕ ਆਪ ਹੈ, ਤਿਸ ਬਿਨਾਂ ਦੂਜਾ ਸਥਾਨ ਕੋਈ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਬਚਨ ਕਹਿੰਦੇ ਨੇ ਭਾਈ, ਤੇ ਸੱਚੇ ਸੁਆਮੀ ਦਾ ਨਾਮ ਜਬ ਸਤਿਗੁਰੂ ਪ੍ਰਸੰਨ ਹੁੰਦੇ ਤਬ ਮਿਲਦਾ, ਇੰਜ ਨਹੀਂ ਮਿਲਦਾ, ਅਨੱਥਾ ਨਹੀਂ ਮਿਲਦਾ। ਜੇ ਗੁਰੂ ਹੀ ਪ੍ਰਸੰਨ ਫਿਰ ਨਾਮ ਨਹੀਂ ਮਿਲਦਾ। ਅਬ ਨਾਮ ਮਿਲਦਾ ਹੈ ਜਦੋਂ ਨਾਮ ਦੀ ਬਖਸ਼ਿਸ਼ ਹੋ ਜਾਵੇ ਭਾਈ, ਉਦੋਂ ਮੁਕਤੀ ਸੁਤੇ ਮਿਲ ਜਾਂਦੀ ਹੈ। ਸ੍ਰੀ ਰਾਗ ਮਹਲਾ ਪੰਜੋਵਾਂ, ਘਰ ਪੰਜੋਵਾਂ, ਜਾਨੋ ਨਹੀਂ ਭਾਵੈ ਕਵਨ ਬਾਤਾ, ਮਨ ਖੋਜ ਮਾਰਗ ਆਓ, ਧਿਆਨੀ ਧਿਆਨ ਲਾਵੈ, ਗਿਆਨੀ ਗਿਆਨ ਕਮਾਵੈ, ਪ੍ਰਭ ਕਿਨਹੀ ਜਾਤਾ, ਭਗਉਤੀ ਰਹਿਤ ਜੁਗਤਾ, ਜੋਗੀ ਕਹਿਤ ਮੁਕਤਾ, ਤਪਸੀ ਤਪੈ ਰਾਤਾ, ਮੋਨੀ ਮੋਨ ਧਾਰੀ, ਸੰਨਿਆਸੀ ਬ੍ਰਹਮਚਾਰੀ, ਉਦਾਸੀ ਉਦਾਸ ਰਾਤਾ, ਭਗਤ ਨਵੈ ਪ੍ਰਕਾਰਾ, ਪੰਡਤ ਵੇਦ ਪੁਕਾਰਾ, ਗ੍ਰਸਤੀ ਗ੍ਰਸਤ ਧਰਮਾਤਾ, ਇੱਕ ਸਬਦੀ ਬਹੁ ਰੂਪ ਅਵਧੂਤਾ, ਕਾਪੜੀ ਕਉ ਤੇ ਜਾਗੂਤਾ, ਇੱਕ ਤੀਰਥ ਨਾਤਾ, ਨਿਰਹਾਰ ਵਰਤੀ ਅਪਰਸਾ, ਇੱਕ ਲੂਕ ਨ ਦੇਵੈ ਦਰਸਾ, ਇੱਕ ਮਨ ਹੀ ਗਿਆਤਾ, ਘਾਟ ਨ ਕਿਨਹੀ ਕਹਾਇਆ, ਸਭ ਕਹਿਤੇ ਹੈ ਪਾਇਆ, ਜਿਸ ਮੇਲੇ ਸੋ ਭਗਤਾ, ਸਗਲ ਉਕਤ ਉਪਾਵਾ, ਤਿਆਗੀ ਸਰਨ ਪਾਵਾ, ਨਾਨਕ ਗੁਰ ਚਰਨ ਪਰਾਤਾ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਬਖਸ਼ਦੇ ਨੇ ਭਾਈ, ਜਾਨੋ ਨਹੀਂ ਭਾਵੈ ਕਵਨ ਬਾਤਾ, ਮਨ ਖੋਜ ਮਾਰਗ। ਗੁਰੂ ਅਰਜਨ ਦੇਵ ਮਹਾਰਾਜ ਜੀ ਅੱਗੇ ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਵਾਜ ਸਤਿਗੁਰੂ, ਧਿਆਨੀ ਗਿਆਨੀ ਜੋਗੀ ਆਦਿਕ ਅਨੇਕ ਪੰਥ ਨੇ, ਇਹਨਾਂ ਵਿੱਚੋਂ ਪ੍ਰਭੂ ਨੂੰ ਕਿਸ ਨੇ ਪਾਇਆ, ਕਿਸ ਨੇ ਪ੍ਰਾਪਤੀ ਕੀਤੀ, ਕੌਣ ਸੀ ਬਾਤ ਪਰਮੇਸ਼ਰ ਨੂੰ ਚੰਗੀ ਲੱਗਦੀ ਹੈ ਪਾਉਂਦੀ, ਇਹਨਾਂ ਵਿੱਚ ਬੜਾ ਛੋਟਾ ਕੌਣ? ਸੋ ਕਿਰਪਾ ਕਰਕੇ ਕਹੋ, ਆਪਣਾ ਸਿਧਾਂਤ ਵੀ ਕਥਨ ਕਰੋ। ਸਤਿਗੁਰੂ ਪਾਤਸ਼ਾਹ ਤੇ ਇਹਨਾਂ ਨੂੰ ਕਈ ਪ੍ਰਕਾਰ ਦੇ ਮਾਰਗ ਦਿਖਲਾ ਕੇ ਨਿਜ ਸਥਾਨ ਸੰਯੁਕਤ ਉਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਨੇ। ਇਸ ਦੂਸਰੀ ਪੌੜੀ ਦੀ ਤੀਸਰੀ ਤੁਕ ਵਿੱਚ, ਚੌਥੀ ਪੌੜੀ ਦੀ ਪ੍ਰਥਮ ਤੁਕ ਵਿੱਚ ਅਨ ਹੈ ਜੋ ਸਤਿਗੁਰੂ ਪਾਤਸ਼ਾਹ ਨੇ ਪਾਵਨ ਬਚਨ ਕਹੇ ਨੇ। ਮਨ ਖੋਜ ਮਾਰਗ, ਹੇ ਭਾਈ ਇਹ ਸਭ ਰਸਤੇ ਵਾਹਿਗੁਰੂ ਦੇ ਢੂੰਡਣੇ ਦੇ ਨੇ, ਪਰੰਤੂ ਜਾਨੋ ਨਾ, ਮੈਂ ਜਾਣ ਨਹੀਂ ਸਕਦਾ ਕਿ ਪਰਮੇਸ਼ਰ ਨੂੰ ਕੌਣ ਬਾਤ ਪਾਉਂਦੀ ਹੈ। ਧਿਆਨ ਲਾਵਣੇ ਸੇ ਹੀ ਮੁਕਤ ਮੰਨਦਾ ਹੈ, ਗਿਆਨ ਕਮਾਵਣੇ ਸੇ ਹੀ ਮੁਕਤੀ ਮੰਨਦਾ ਹੈ। ਨਿਰਤ ਕਰਨ ਵਾਲੇ ਭਗਤ ਸੋ ਨਿਰਤ ਵਿੱਚ ਹੀ ਜੁੜੇ ਰਹਿਣ ਨੂੰ ਮੁਕਤੀ ਮੰਨ ਲੈਂਦੇ ਨੇ। ਜੋਗੀ ਜਨ ਅਸ਼ਟਾਂਗ ਯੋਗ ਤੋਂ ਮੁਕਤੀ ਮੰਨਦੇ ਨੇ। ਬਸਵੀ ਜਨ ਤਪ ਵਿੱਚ ਮਸਤ ਰਹਿੰਦੇ ਨੇ ਔਰ ਆਪ ਨੂੰ ਮੁਕਤ ਮੰਨ ਲੈਂਦੇ ਨੇ। ਤਪ ਕਰਨ ਵਾਲੇ ਮੋਨੀ ਮੋਨ ਧਾਰਨਾ ਨੂੰ ਹੀ ਸੰਨਿਆਸੀ ਤਿਆਗ ਕਰਕੇ ਆਪ ਨੂੰ ਮੁਕਤ ਮੰਨਦੇ ਨੇ। ਬ੍ਰਹਮਚਾਰੀ ਜੋ ਗੁਰ ਗ੍ਰਹਿ ਵਿੱਚ ਵਸਦਾ, ਭਿਖਿਆ ਕਰਕੇ ਅੰਨ ਪਾਵੇ, ਵਿਦਿਆ ਪੜ੍ਹੇ, ਇੰਦਰੀਆਂ ਦਾ ਸੰਜਮੀ ਹੋਵੇ, ਬ੍ਰਹਮਚਾਰਜ ਧਾਰਨ ਸੇ ਮੁਕਤ ਮੰਨਦੇ ਆ। ਉਦਾਸੀ ਉਦਾਸੀਨਤਾ ਵਿੱਚ ਹੀ ਮਸਤ ਹੈ। ਭਗਤ ਲੋਕ ਤੋਂ 9 ਪ੍ਰਕਾਰ ਦੀ ਭਗਤੀ ਵਿੱਚ ਮੁਕਤ ਮੰਨਦੇ ਨੇ ਜੋ ਭਗਤ ਲੋਕ ਨੇ। ਵੇਦਾਂ ਦੇ ਉਚਾਰਨ ਨੂੰ ਮੁਕਤੀ ਮੰਨਦੇ ਨੇ। ਗ੍ਰਸਤ ਧਾਰਨ ਵਿੱਚ ਹੀ ਵਿਸ਼ੇਸ਼ ਮੰਨ ਕੇ ਮਸਤਕ ਹੈ। ਸੱਚ ਬੋਲਣ ਵਾਲਾ, ਅਲੱਖ ਅਲੱਖ ਕਹਿਣ ਵਾਲਾ ਇੱਕ ਸ਼ਬਦ ਸੇ ਹੀ ਮੁਕਤ ਮੰਨ ਲੈਂਦਾ ਹੈ।
अनेक स्वांग दे धारन वाले कदे कवि गोदड़ी कवि नगन कवि ਸਰੂਪ ਧਾਰਨੇ ਨੂੰ ਮੁਕਤੀ ਮੰਨ ਲੈਂਦੇ ਨੇ। ਅਵਧੂਤ ਰਹਿਣੇ ਨੂੰ ਮੁਕਤ ਮੰਨਦੇ ਨੇ। ਇੱਕ ਪ੍ਰਕਾਰ ਦਾ ਭੇਖ ਹੈ ਕਾਪੜ, ਉਹ ਸੁੰਦਰ ਵਸਤਰ ਧਾਰਨ ਨੂੰ ਹੀ ਮੁੱਖ ਮੰਨਦੇ ਨੇ। ਕਵੀ ਲੋਕ ਕਾਵਿਆਂ ਸੇ ਮੁੱਖ ਮੰਨਦੇ ਨੇ। ਜਾਗਣ ਵਾਲੇ ਜਾਗਰਨ ਨੂੰ ਹੀ ਮੁਕਤ ਮੰਨਦੇ ਨੇ। ਤੀਰਥਾਂ ਦੇ ਪ੍ਰੇਮੀ ਤੀਰਥ ਇਸ਼ਨਾਨ ਵਿੱਚ ਹੀ ਮੁੱਖ ਮੰਨਦੇ ਨੇ। ਨਿਰਾਹਾਰ ਵਰਤ ਧਾਰਨ ਵਾਲੇ ਵਰਤ ਧਾਰਨ ਨੂੰ ਮੁਕਤੀ ਮੰਨਦੇ ਨੇ। ਜੋ ਕਿਸੇ ਸੇ ਸਪਰਸ਼ ਨਹੀਂ ਕਰਦੇ ਸੋ ਇਸੇ ਹੀ ਮੁਕਤ ਮੰਨ ਲੈਂਦੇ ਨੇ। ਜੋ ਛਿਪ ਬੈਠਣ ਵਾਲੇ ਨੇ, ਪਰਬਤਾਂ ਦੀਆਂ ਕੰਧਾਂ ਵਿੱਚ ਛਿਪ ਕੇ ਰਹਿੰਦੇ ਨੇ, ਦਰਸ਼ਨ ਨਹੀਂ ਦਿੰਦੇ, ਉਹ ਉਸੀ ਵਿੱਚ ਮੁੱਖ ਮੰਨਦੇ ਨੇ। ਇੱਕ ਆਪਣੇ ਆਪ ਨੂੰ ਗਿਆਤਾ ਮੰਨਦੇ ਨੇ, ਸਤਰਾਂ ਕਰਕੇ ਵਿਵਹਾਰਾਂ ਵਿੱਚ ਆਪ ਨੂੰ ਸਮਝਵਾਨ ਮੰਨਦੇ ਨੇ, ਸੋ ਇਸੀ ਵਿੱਚ ਆਪ ਨੂੰ ਮੁਕਤ ਮੰਨ ਲੈਂਦੇ ਨੇ। ਇਹਨਾਂ ਸਭਨਾਂ ਵਿੱਚ ਆਪ ਨੂੰ ਕਿਸੇ ਨੇ ਕੰਮ ਨਹੀਂ ਕਹਾਇਆ। ਘਾਟ ਨਾ ਕਿਨ ਹੀ ਕਹਾਇਆ, ਸਭ ਕਹਿਤੇ ਹੈ ਪਾਇਆ। ਕਿਸੇ ਨੇ ਆਪਣੇ ਆਪ ਨੂੰ ਘੱਟ ਨਹੀਂ ਕਹਾਇਆ। ਸਭਨਾ ਕੇ ਨਹੀਂ ਕਿਹਾ ਮੈਂ ਪਾਇਆ ਮੁਕਤ ਹੋ ਗਿਆ। ਕਿਸੇ ਨੇ ਜਾਣਿਆ ਕਿ ਵਾਹਿਗੁਰੂ ਨੂੰ ਖਮ ਨੇ ਪਾ ਲਿਆ, ਪਰੰਤੂ ਸੁਆਮੀ ਨੂੰ ਕਿਸੇ ਨੇ ਹੀ ਜਾਣਿਆ, ਭਗਤੀ ਨਹੀਂ ਹੈ। ਉਨ ਪ੍ਰਕਾਰਾਂ ਕਿ ਇਹ ਭਾਵ ਕਿ ਭੂਭੋਗਤ ਪ੍ਰਕਾਰਾਂ ਦਾ ਭਗਤੀ ਨਹੀਂ ਹੁੰਦੀ। ਇੱਕ ਪੁਰਸ਼ 9 ਪ੍ਰਕਾਰ ਦੀ ਭਗਤੀ ਕਰ ਰਹੇ ਨੇ। ਅਬ ਸਿਧਾਂਤ ਕਹਿੰਦੇ ਨੇ ਪਾਤਸ਼ਾਹ ਤੱਤ 9 ਪ੍ਰਕਾਰ ਦੀ ਭਗਤੀ ਕਰ ਰੱਖੇ ਨੇ। ਇਹ ਕੈਸੇ ਪੁਰਸ਼ ਨੇ ਜਿਸ ਨੂੰ ਕਿਰਪਾ ਕਰਕੇ ਗੁਰੂ ਸਾਥ ਮੇਲੇ ਸੋਈ ਭਗਤ ਹੈ। ਨਾਨਕ ਗੁਰ ਚਰਨ ਪਰਾਤਾ। ਸੋ ਗੁਰੂ ਦੇ ਚਰਨਾਂ ਵਿੱਚ ਪਿਆ, ਗੁਰੂ ਦੇ ਚਰਨਾਂ ਨੂੰ ਮੁਕਤੀ ਦੇ ਦੇਣ ਵਾਲੇ ਪਛਾਤਾ ਹੈ। ਉਸਨੇ ਜਾਣਿਆ ਆਪਣੀ ਕਪੋਲ ਕਲਪਨਾ ਦੇ ਯਤਨਾਂ ਨੂੰ ਤਿਆਗੀ ਹੋ ਕੇ ਜੋ ਸ਼ਰਨ ਨੂੰ ਪ੍ਰਾਪਤ ਹੋਵੇ, ਭਾਵ ਆਪਣੇ ਮਨ ਦੀ ਮਤ ਛੱਡ ਦੇਵੇ, ਕੁਝ ਸ਼ਬਦੀ ਗੁਰਮਤੀ ਆਪ ਬਣ ਜਾਵੇ। ਆਪ ਗਵਾਈਏ ਤਾਂ ਸਹੁ ਪਾਈਏ, ਔਰ ਕੈਸੀ ਚਤਰਾਈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ। ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗ ਮਛ ਪਾਇਆਲ ਜੀਓ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਦੇ ਸਨਮੁਖ ਉਸਤਤੀ ਉਚਾਰਨ ਕਰਦੇ ਹੋਏ ਪਾਵਨ ਬਚਨ ਫਰਮਾਉਂਦੇ ਨੇ। ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗ ਮਛ ਪਾਇਆਲ ਜੀਓ। ਕਿ ਮੇਰੇ ਪਰਵਰਦਗਾਰ ਅਕਾਲ ਪੁਰਖ, ਜੋਗੀਆਂ ਦੇ ਅੰਦਰ ਤੂੰ ਹੀ ਵੱਡਾ ਜੋਗੀ ਹੈ। ਭੋਗੀਆਂ ਦੇ ਵਿੱਚ ਭੋਗੀ ਹੋ ਕੇ ਵਰਤ ਵੀ ਤੂੰ ਹੀ ਰਿਹਾ। ਜੋਗੀਆਂ ਵਿੱਚ ਵੱਡਾ ਜੋਗੀ ਵੀ ਤੂੰ, ਭੋਗੀਆਂ ਵਿੱਚ ਵੱਡਾ ਭੋਗੀ ਵੀ ਤੂੰ ਹੈ। ਸਵਰਗ ਪ੍ਰਿਥਵੀ ਔਰ ਪਤਾਲ ਵਿੱਚ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ। ਕਿਸੇ ਮਤ ਵਿੱਚ ਪ੍ਰਿਥਵੀ ਮੱਛ ਨੇ ਧਾਰਨ ਕੀਤੀ ਹੋਈ ਲਿਖਿਆ, ਕਿਸੇ ਮਤ ਵਿੱਚ ਇਹ ਵੀ ਲਿਖਿਆ ਪ੍ਰਿਥਵੀ ਨੂੰ ਮੱਛ ਨੇ ਧਾਰਨ ਕੀਤਾ। ਖੋਵਾਰੀ ਹੋਵਾਰਣ ਕੁਰਬਾਨ ਤੇਰੇ ਨਾਮ ਨੋ। ਕਿ ਪ੍ਰਭੂ ਮੈਂ ਤੇਰੇ ਨਾਮ ਉਪਰੋਂ ਬਲੇਖਾਰ ਜਾਂਦਾ। ਖੋਵਾਰੀ ਹੋਵਾਰ ਨੇ ਕੁਰਬਾਨ, ਤੇਰੇ ਤੋਂ ਕੁਰਬਾਨ ਖਾਂ ਵਾਰੇ ਖਾਂ। ਮੈਂ ਮਨ ਵਚ ਕਰਮ ਸੇ ਬਲੇਖਾਰ ਜਾਂਦਾ। ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦਾ ਲਾਇਆ। ਵੇਖੈ ਕੀਤਾ ਆਪਣਾ, ਕਰ ਕੁਦਰਤ ਪਾਸਾ ਢਾਲ ਜਿਓ। ਸਭ ਸੰਸਾਰ ਮੇਰੇ ਪਰਵਰਦਗਾਰ ਤੂੰ ਆਪ ਸਾਜਿਆ ਹੈ। ਇਹ ਰਚਨਾ ਤੂੰ ਰਚੀ ਹੈ।
ਜੀਵਾਂ ਨੂੰ ਰਚ ਰਚ ਕੇ ਭਿੰਨ ਭਿੰਨ ਕਾਰਜ ਧੰਦਿਆਂ ਵਿੱਚ ਤੂੰ ਲਾ ਦਿੱਤਾ। ਆਪਣਾ ਕੀਤਾ ਹੋਇਆ ਸੰਸਾਰ ਮੇਰੇ ਪਰਵਰਦਗਾਰ ਤੂੰ ਦੇਖ ਰਿਹਾ ਹੈ, ਤੱਕ ਰਿਹਾ ਹੈ। ਆਪਣੀ ਮਾਇਆ ਕਰਕੇ ਸੰਸਾਰ ਰੂਪੀ ਚੌਪੜ ਵਿੱਚ ਤ੍ਰੈ ਗੁਣਾਤਮਕ ਰੂਪ ਪਾਸਾ ਟਾਲਦੇ ਹਾਂ, ਭਾਵੇਂ ਕਿ ਤ੍ਰੈ ਗੁਣਾਤਮਕ ਪ੍ਰਪੰਚ ਦਾ ਵਿਲਾਸ ਕਰਦੇ ਹਾਂ। ਪ੍ਰਗਟ ਪਹਾੜੈ ਜਾਪਦਾ, ਪ੍ਰਗਟ ਪਹਾੜੈ ਜਾਪਦਾ। ਸੰਸਾਰ ਰੂਪ ਸਾਰੇ ਵਿੱਚ ਪ੍ਰਗਟ ਜਾਣਿਆ ਜਾਂਦਾ ਕਿ ਮੇਰੇ ਵਾਹਿਗੁਰੂ ਤੂੰ ਨਿਰਗੁਣ ਰੂਪ ਵੀ ਆਪ ਹੈ, ਸਦਗੁਣ ਰੂਪ ਵੀ ਆਪ ਹੈ। ਸਭ ਨਾਵੈ ਨੋ ਪ੍ਰਤਾਪ ਦਾ, ਸਭ ਕੋਈ ਤੇਰੇ ਹੀ ਨਾਮ ਨੂੰ ਚਾਹੁੰਦਾ ਹੈ ਕਿ ਮੇਰੇ ਵਾਹਿਗੁਰੂ ਤੇਰਾ ਨਾਮ ਚਿੱਤੇ ਆਵੇ, ਤੇਰੀ ਯਾਦ ਚਿੰਤਨ ਵਿੱਚ ਜੁੜ ਜਾਈਏ। ਇਹ ਬਖਸ਼ਿਸ਼ ਮਹਿਰਾਮਤ ਤੂੰ ਕਰੇ ਤਾਂ ਮਿਲਦਾ ਹੈ, ਕਿਉਂਕਿ ਤੇਰੀ ਕਿਰਪਾ ਤੋਂ ਬਿਨਾਂ ਤੇਰਾ ਨਾਮ ਨਹੀਂ ਜਪਿਆ ਜਾਂਦਾ। ਤੂੰ ਬਖਸ਼ਿਸ਼ ਕਰ ਦਵੇਂ, ਨਾਮ ਜਪਣ ਲਾ ਦਵੇਂ, ਫਿਰ ਜਪਿਆ ਜਾਂਦਾ ਹੈ। ਸਤਿਗੁਰ ਬਾਝ ਨਾ ਪਾਇਓ, ਸਭ ਮੋਹੀ ਮਾਇਆ ਜਾਲ ਜਿਓ। ਸਤਿਗੁਰੂ ਤੋਂ ਬਿਨਾ किसी ने नहीं पाया, सब सेठी माया दी मोहत कीती हुई जम दे जाल विच पै गई। सतगुर को बल जाइए, जित मिले परम गत पाइए। सतगुरु दे बलिहार कुर्बान जाइए, बलिहारी गुर अपने देवहाड़ी सदवार। जिन मानस ते देवते कीए करत न लागी वार। वो बड़ा मालिक है, दीन दुनिया का सिरजणहार है। सतगुर को बल जाइए, गुरु तू बलिहार जाइए। गुरु तो जिसदे मिलिया केवल मोख प्राप्त होंदी है, परम गति। सुर नर मन जन लोच दे, सो सतगुर दिया बुझाए जियो। सुर नर मन जन लोच दे, सो सतगुर दिया बुझाए जियो। देवते मनुख मन नसीली भगत जिस वाहे गुरु नूं चाहुंदे ने, परमेश्वर नूं चाहुंदे ने कि सानू प्राप्ति हो जाए, साडे ते बख्शिश हो जाए, तरलोकी दे मालिक दी चाहुंदे ने। सुर नर मन जन लोच दे, सो सतगुरु दिया बुझाए जियो। भाई वो सतगुरु ने समझा दिता है, वो गुरु ने बख्शिशां कीतियां। पातशाह फरमाउंदे ने सत संगत, सतगुरु दी सत संगत दे लक्षण कहंदे ने कैसे ने। सत संगत कैसी जानी है, हे मेरे प्रभु सत संगत किस प्रकार जानी जाती है कि यह सत संगत है जो संगत गुरु ने आखिए संगत है। किमें जानी जाएगी कि संगत है, किमें पता लगेगा। बादशाह फिर उत्तर दिंदे ने जिथे एको नाम वखाणी है। संगत वो है जिथे भाई एक नाम की वडियाई, नाम की शोभा होती है, वो संगत है गुरु नानक की। सतसंगत कैसी जानी है जिथे एको नाम वखाणी है। जिथे एक नाम की वडियाई, एक नाम दा सिमरन, नाम ही जपाया जाता है, ते नाम तो बिना होर दूजा कथन ही नहीं। बाबा जी ने बख्शीशां कीतियां, धन धन बाबा नंद सिंह महाराज जी ने। भाई ये बैकुंठ धाम है,
ਨਾਮ ਨੂੰ ਜਪਣਾ, ਨਾਮ ਨੂੰ ਸਰਵਣ ਕਰਨਾ, ਦੂਜੀ ਗੱਲ ਹੀ ਨਹੀਂ। ਕੈਸੀਆਂ ਬਖਸ਼ਿਸ਼ਾਂ ਨਾਨਕ ਸਰ ਭਗਤੀ ਦਾ ਕਰ। ਭਾਈ ਇਹ ਭਗਤੀ ਦਾ ਕੇਂਦਰ ਘਰ ਹੈ, ਭਗਤੀ ਦਾ, ਜਿੱਥੋਂ ਨਾਮ ਦੀਆਂ ਬਖਸ਼ਿਸ਼ਾਂ ਮਿਲਦੀਆਂ ਨੇ। ਕਿਉਂਕਿ ਸਤਿਗੁਰੂ ਪਾਤਸ਼ਾਹ ਇਹ ਬਚਨ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ, ਸੰਗਤ ਉਸ ਨੂੰ ਹੀ ਕਿਹਾ ਜਾਂਦਾ ਹੈ ਜਿੱਥੇ ਇੱਕ ਨਾਮ ਦੀ ਵਡਿਆਈ, ਨਾਮ ਦੀ ਸੋਭਾ, ਨਾਮ ਜਪਿਆ ਜਾਵੇ, ਨਾਮ ਜਪਾਇਆ ਜਾਵੇ। ਦੂਜੀ ਗੱਲ ਹੀ ਨਹੀਂ, ਦੂਜਾ ਕੋਈ ਕਥਨ ਨਹੀਂ, ਉਹ ਸੰਗਤ ਹੈ। ਫਿਰ ਪਾਤਸ਼ਾਹ ਇਹ ਵੀ ਫਰਮਾਉਂਦੇ ਨੇ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜਿਉ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ, ਭਾਈ ਪਿਆਰਿਓ, ਵੇਦਾਂ ਤੇ ਸ਼ਾਸਤਰਾਂ ਵਿੱਚ ਵੀ ਇਹ ਸਿਧਾਂਤ ਪ੍ਰਗਟ ਨੇ ਕਿ ਇਸ ਸਤ ਸੰਗ ਦੇ ਵਿੱਚ ਜੀਵਾਂ ਨੂੰ ਜੋ ਇੱਕ ਨਾਮ ਦਾ ਜਪਣੇ ਦਾ ਹੁਕਮ ਹੈ, ਇਹ ਵੇਦ ਸ਼ਾਸਤਰ ਵੀ ਕਹਿੰਦੇ ਨੇ ਕਿ ਸੰਗਤ ਕਰੋ, ਇੱਕ ਨਾਮ ਨੂੰ ਜਪੋ, ਨਾਮ ਨੂੰ ਸੁਣੋ। ਦੂਜੀ ਗੱਲ ਹੀ ਨਹੀਂ। ਸਤਿਗੁਰ ਦੀਆ ਬੁਝਾਏ ਜੀਓ, ਕਿਉਂਕਿ ਭਗਵਾਨ ਸੋ ਹੁਕਮ ਮੰਨਣੇ ਦਾ ਪ੍ਰਕਾਸ਼ ਸਤਿਗੁਰੂ ਨੇ ਸਮਝਾ ਦਿੱਤਾ ਕਿ ਉਸ ਪਰਮੇਸ਼ਰ ਦਾ ਇਹ ਹੁਕਮ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰੂ ਦੀਆ ਬੁਝਾਏ ਜੀਓ। ਕਿਉਂਕਿ ਹੁਕਮ ਉਸ ਦਾਤੇ ਪਰਵਰਦਗਾਰ ਦਾ ਹੈ ਕਿ ਭਾਈ ਨਾਮ ਜਪ ਸੰਗਤ ਕਰ, ਵਿੱਚ ਸੰਗਤ ਖਰ ਪ੍ਰਭ ਵਸੈ ਜੀਓ। ਸਤਿਗੁਰੂ ਦੇ ਉਪਦੇਸ਼ ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ, ਸਤ ਸੰਗੀ ਬਣੀਏ। ਨਾਮ ਨੂੰ ਜਪੀਏ, ਸੰਗ ਕਰੀਏ, ਸਤ ਪੁਰਸ਼ਾਂ ਦਾ ਆਪਣਾ ਅਮੋਲਕ ਜਨਮ ਸਫਲ ਹੋ ਜਾਵੇਗਾ। ਅਚੁੱਤ ਹੈ ਪਾਰ ਬ੍ਰਹਮ